ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਰਾਗ ਕੇ ਵਾਰ ਕੇ ਅੰਤਰ, ਇਸ ਪ੍ਰਥਾਏ ਸ਼ਲੋਕ ਸੁਤੰਤਰ। ਉਚਰਤ ਭਏ ਭਲੋ ਚਿਤ ਲਾਏ, ਗੁਰ ਕੀ ਮਹਿਮਾ ਜੋ ਪ੍ਰਗਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ। ਪਰਮ ਸਤਿਕਾਰਯੋਗ ਵਡਭਾਗੀ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਅੱਜ ਸਤਿਗੁਰੂ ਸ੍ਰੀ ਗੁਰੂ ਹਾਰੇ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਸਮਾਵਣ ਦਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਬਿਰਾਜਣ ਦਾ ਪੁਰਬ ਵੀ ਗੁਰੂ ਕੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਸਤਿਗੁਰੂ ਗੁਰੂ ਹਾਰੇ ਸਾਹਿਬ ਜੀ ਮਹਾਰਾਜ ਨੇ ਜਿੱਥੇ ਗੁਰਤਾ ਗੱਦੀ ਤੇ ਬੈਠ ਕੇ ਗੁਰਮਤਿ ਦੀ, ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ। ਜਦੋਂ ਅਸੀਂ ਗੁਰੂ ਦਾ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਜੀ ਜ਼ਿੰਦਗੀ ਦੇ ਵੱਡੇ ਕਾਰਜ ਜੋ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ, ਪ੍ਰਚਾਰ ਪ੍ਰਸਾਰਨ ਦੇ ਲਈ ਸਨ, ਜਿੱਥੇ ਸਤਿਗੁਰੂ ਜੀ ਨੇ ਦੂਰ ਦੁਰਾਡੇ ਪ੍ਰਚਾਰਕ ਨਿਯਤ ਕਰਕੇ ਭੇਜੇ। ਗੁਰਬਾਣੀ ਦਾ ਸਤਿਕਾਰ ਸਰਬੱਤ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਰਨਾ ਹੈ। ਹਰ ਗੁਰਸਿੱਖ ਦਾ ਪਿਆਰ ਗੁਰਬਾਣੀ ਨਾਲ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਇੱਕ ਗੱਲ ਕਹੀ, ਜਿਨ ਪੈ ਬਾਣੀ ਅਦਬ ਨਾ ਧਾਰਾ, ਸੋ ਜਾਣੋ ਨਾਹੀ ਸਿੱਖ ਹਮਾਰਾ। ਮਨ ਜਾਗੇ ਕਿ ਇਹ ਨਿਸ਼ਾਨੀ, ਜੋ ਉਰ ਲਾਗੈ ਮਿੱਠੀ ਬਾਣੀ। ਸਤਿਗੁਰੂ ਜੀ ਨੇ ਕਿਹਾ ਕਿ ਜਿਸ ਮਨੁੱਖ ਦੇ ਅੰਦਰ ਗੁਰਬਾਣੀ ਦਾ ਅਦਬ ਨਹੀਂ ਹੈ, ਉਹ ਗੁਰੂ ਕਾ ਸਿੱਖ ਨਹੀਂ ਹੈ। ਸਿੱਖ ਦਾ ਅਰਥ ਕੇਵਲ ਬਾਹਰੀ ਲਿਬਾਸ ਹੀ ਨਹੀਂ ਹੈ, ਸੁਰਤ ਨੇ ਸਿੱਖ ਬਣਨਾ। ਸੁਰਤ ਵਿੱਚ ਗੁਰੂ ਕਾ ਭਾਵ ਤੇ ਭਾਵ ਵਸੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਣ ਦੇ ਲਈ ਇੱਕ ਬੜੀ ਵੱਡੀ ਉਦਾਹਰਣ ਦਿੱਤੀ। ਔਰ ਸਤਿਗੁਰੂ ਜੀ ਦਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਨੇ ਇਹ ਸਿੱਖੀ ਦਾ ਮਾਰਗ ਜਿਹੜਾ ਹੈ, ਇਹ ਕੋਈ ਖਾਨਦਾਨੀ ਨਹੀਂ ਹੈ ਕਿ ਜੇ ਇੱਕ ਗੁਰੂ ਤੇ ਅਗਲਾ ਗੁਰੂ ਹੀ ਬਣੇਗਾ। ਇਹ ਵੀ ਨਹੀਂ ਹੈ ਕਿ ਇੱਕ ਸਿੱਖ ਤੇ ਗਾ ਬੱਚਾ ਜਿਹੜਾ ਉਸ ਸਿੱਖ ਦਾ ਹੀ ਅਧਿਕਾਰੀ ਬਣੇਗਾ। ਸਿੱਖੀ ਕਮਾਉਣੀ ਪੈਂਦੀ ਹੈ, ਸਿੱਖੀ ਦੀ ਬਖਸ਼ਿਸ਼ ਪ੍ਰਾਪਤ ਕਰਨੀ ਪੈਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਜਦੋਂ ਇਸ ਵਸਤੂ ਦੇ ਯੋਗ ਨਾ ਸਮਝਿਆ, ਸਿੱਖਾਂ ਪੁੱਤਰਾਂ ਕੋਹ ਕੇ ਜਾਂ ਸੁੱਧੋ ਅਸੋ ਲੈਣਾ ਟਿਕਿਉਨ ਪਾਈ ਲੈਣਾ, ਜਿਹਨੂੰ ਇਹ ਦਾਤ ਬਖਸ਼ਿਸ਼ ਕੀਤੀ, ਜਿਹੜੇ ਅਧਿਕਾਰੀ ਸਨ, ਯੋਗ ਸਨ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਇਹ ਦਾਤ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਆਪਣੇ ਪੁੱਤਰਾਂ ਤੋਂ ਅੱਗੇ ਵਧਦਿਆਂ ਹੋਇਆਂ ਗੁਰੂ ਰਾਮਦਾਸ ਜੀ ਨੂੰ ਇਹ ਦਾਤ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਦਾਤ ਬਖਸ਼ੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪੋਤਰੇ ਨੂੰ ਇਹ ਦਾਤ ਦਿੱਤੀ, ਜੋ ਅਧਿਕਾਰੀ ਹੈ, ਜੋ ਗੁਣਾ ਕਰਕੇ ਪੱਧਰ ਕਰਕੇ ਇਸ ਗੱਲ ਦੇ ਲਾਇਕ ਹੈ। ਗੁਰੂ ਹਾਰੇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਕਰਕੇ ਨਹੀਂ ਕਿ ਗੁਰੂ का ਪੁੱਤਰ ਹੈ, ਵਡਭਾਗੀ ਨੇ, ਸਤਿਕਾਰਯੋਗ ਨੇ ਗੁਰੂ ਕੇ ਪੁੱਤਰ, ਪਰ ਜੇ ਗੁਰੂ का ਪੁੱਤਰ ਗੁਰੂ ਆਸੇ ਅਨੁਸਾਰ ਨਹੀਂ ਹੈ ਤੇ ਸਤਿਗੁਰੂ ਜੀ ਨੇ ਗੱਲ ਕੀ, ਸੋ ਸਿੱਖ ਸਖਾ ਬੰਦ ਪਹਿ ਪਾਈ, ਜੇ ਗੁਰ ਕੇ ਪਾਣੇ ਵਿੱਚ ਆਵੇ। ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਗਏ, ਦਿੱਲੀ ਦੀ ਚਮਕ ਦਮਕ ਵਿੱਚ ਪੈ ਕੇ ਉਹ ਗੁਰਮਤਿ ਸਿਧਾਂਤ ਤੋਂ ਥੜਕ ਗਏ। ਉਹਨਾਂ ਨੇ ਉਸ ਵੇਲੇ, ਕਿਉਂਕਿ ਜਿਉਂ-ਜਿਉਂ ਮਨੁੱਖ ਸ਼ੋਹਰਤ ਤੇ ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਦਾ ਹੈ, ਤਿਉਂ-ਤਿਉਂ ਅੰਦਰੋਂ ਕਮਜ਼ੋਰ ਹੁੰਦਾ ਚੱਲਿਆ ਜਾਂਦਾ ਹੈ। ਬਾਬਾ ਰਾਮ ਰਾਏ ਜੀ ਦੀ ਇਹੀ ਹਾਲਤ ਹੋਈ, ਜਿੱਥੇ ਅਨੇਕ ਤਰ੍ਹਾਂ ਦੀਆਂ ਹੋਰ ਉਹਨਾਂ ਨੇ ਗੱਲਾਂ ਔਰੰਗਜ਼ੇਬ ਦੀਆਂ ਪੂਰੀਆਂ ਕੀਤੀਆਂ। ਔਰੰਗਜ਼ੇਬ ਉਹਨਾਂ ਨੂੰ ਬੜੇ ਇਨਾਮ ਦਿੰਦਾ ਰਿਹਾ, ਵਡਿਆਈ ਦਿੰਦਾ ਰਿਹਾ। ਆਖਰ ਇੱਕ ਸਵਾਲ ਆ ਗਿਆ ਕਿ ਗੁਰਬਾਣੀ ਵਿੱਚ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਘਰ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਕਹਿਣ ਲੱਗੇ ਇੱਥੇ ਮੁਸਲਮਾਨ ਮਤ ਦੀ ਤੋਹੀਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਕਿਸੇ ਵੀ ਮਤ ਨੂੰ ਨੀਵਾਂ ਨਹੀਂ ਕਿਹਾ, ਕਿਸੇ ਨੂੰ ਮਾੜਾ ਨਹੀਂ ਕਿਹਾ। ਹਾਂ, ਧਰਮ ਦੇ ਨਾਂ 'ਤੇ ਜੋ ਮਜ਼ਹਬਾਂ ਦੇ ਅੰਦਰ ਕੁਝ ਕਰਮਕਾਂਡ ਨੇ, ਕੁਝ ਅਜਿਹੀਆਂ ਮਨੌਤਾਂ ਨੇ ਜੋ ਮਨੁੱਖੀ ਜੀਵਨ 'ਤੇ ਪੂਰੀਆਂ ਜਾਂ ਰੱਬੀ ਵਿਧਾਨ 'ਚ ਪੂਰੀਆਂ ਨਹੀਂ ਉਤਰਦੀਆਂ, ਉਹਨਾਂ 'ਤੇ ਸਤਿਗੁਰੂ ਜੀ ਨੇ ਕਟਾਕਸ ਜ਼ਰੂਰ ਕੀਤਾ, ਵਿਅੰਗ ਜ਼ਰੂਰ ਕੀਤਾ, ਸਮਝਾਉਣ ਦਾ ਯਤਨ ਕੀਤਾ। ਇਹ ਸਤਿਗੁਰੂ ਜੀ ਦੀ ਇੱਕ ਸ਼ੈਲੀ ਸੀ ਸਮਝਾਉਣ ਦੀ। ਲੇਕਿਨ ਬਾਬਾ ਰਾਮ ਰਾਏ ਜੀ ਉਸ ਰਮਜ ਨੂੰ ਖੋਲ੍ਹ ਨਾ ਸਕੇ। ਉਹਨਾਂ ਕਹਿਤਾ ਜੀ ਇੱਥੇ ਮਿੱਟੀ ਬੇਈਮਾਨ ਕੀ ਹੋਣਾ ਚਾਹੀਦਾ ਹੈ, ਲਿਖਾਰੀ ਦੀ ਗਲਤੀ ਹੈ,
ਗੁਰੂ ਕੀਆਂ ਸੰਗਤਾਂ ਨੇ ਇਹ ਗੱਲ ਸਤਿਗੁਰੂ ਜੀ ਤੱਕ ਪਹੁੰਚਾ ਦਿੱਤੀ। ਧੰਨ ਗੁਰੂ ਹਾਰੇ ਸਾਹਿਬ ਜੀ ਮਹਾਰਾਜ ਨੇ ਇਸ ਸਿਧਾਂਤ ਨੂੰ ਕਾਇਮ ਰੱਖਦੇ ਆ ਕਿ ਗੁਰਬਾਣੀ ਦਾ ਸਤਿਕਾਰ ਜੋ ਨਹੀਂ ਰੱਖਦਾ ਉਹ ਭਾਵੇਂ ਗੁਰੂ ਕਾ ਪੁੱਤਰ ਵੀ ਕਿਉਂ ਨਾ ਹੋਵੇ, ਉਹ ਮੁਆਫ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਉਸ ਨੂੰ ਮੂੰਹ ਨਹੀਂ ਲਾਇਆ, ਗੁਰੂ ਘਰ ਤੋਂ ਵੱਖਰਾ ਹੋ ਗਿਆ। ਇਹ ਇੱਕ ਬੜੀ ਵੱਡੀ ਉਦਾਹਰਣ ਹੈ ਕਿ ਗੁਰਬਾਣੀ ਦੇ ਸਤਿਕਾਰ ਲਈ ਕੁਰਬਾਨੀ ਕਰਨੀ ਪੈਂਦੀ ਹੈ। ਸਤਿਗੁਰੂ ਜੀ ਨੇ ਉਹ ਕੀਤੀ। ਗੁਰੂ ਸਾਹਿਬ ਜੀ ਨੇ ਮਨੁੱਖਤਾ ਦੀ ਸੇਵਾ ਲਈ ਬਹੁਤ ਵੱਡਾ ਦਵਾਖਾਨਾ ਕੀਰਤਪੁਰ ਸਾਹਿਬ ਜੀ ਖੋਲ੍ਹਿਆ ਸੀ। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸਤਿਗੁਰੂ ਜੀ ਨੇ ਮਾਲਵੇ ਦਾ ਦੌਰਾ ਕੀਤਾ, ਲਾਹੌਰ ਤੱਕ, ਦੂਰ ਦੁਰਾਡੇ ਤੱਕ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਸਾਰੀ ਫੌਜ ਆਪ ਜੀ ਦੇ ਕੋਲ ਸੀ। ਗੁਰਮਤਿ ਦਾ ਮਕਸਦ ਲੜਨਾ ਝਗੜਨਾ ਨਹੀਂ ਹੈ, ਕਿਸੇ ਦੇ ਨਾਲ ਕੋਈ ਟੱਕਰ ਲੈਣੀ ਨਹੀਂ ਹੈ। ਲੇਕਿਨ ਜਦੋਂ ਕੋਈ ਜ਼ੁਲਮ ਕਰਦਾ ਹੈ ਜਾਂ ਜਦੋਂ ਕੋਈ ਦਬਾਉਣਾ ਚਾਹੁੰਦਾ ਹੈ ਕਿਸੇ ਨੂੰ, ਉੱਥੇ ਸਤਿਗੁਰੂ ਜੀ ਨੇ ਸਵੈਮਾਨ ਦੇ ਨਾਲ ਜੀਉਣ ਦੀ ਸਾਨੂੰ ਜਾਚ ਦੱਸੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੋ ਆਪਣੀ ਇੱਕ ਫੌਜ ਬਣਾਈ ਸੀ ਸ਼ਸਤਰਧਾਰੀ, ਸਤਿਗੁਰੂ ਜੀ ਨੇ ਕਿਤੇ ਵੀ ਕਿਸੇ ਤੇ ਹਮਲਾ ਨਹੀਂ ਕੀਤਾ। 4 ਵੇਰਾਂ ਸਤਿਗੁਰੂ ਜੀ ਤੇ ਹਮਲਾ ਜ਼ਰੂਰ ਹੋਇਆ। ਸਤਿਗੁਰੂ ਜੀ ਨੇ ਘਰ ਆਇਆਂ ਦਾ ਮੁਕਾਬਲਾ ਜ਼ਰੂਰ ਕੀਤਾ ਹੈ। 4 ਵੇਰਾਂ ਸਤਿਗੁਰੂ ਜੀ ਨੇ ਜੰਗ ਲੜੀ ਔਰ ਜਿੱਤੀ। ਗੁਰੂ ਹਾਰੇ ਸਾਹਿਬ ਜੀ ਦੇ ਕੋਲੋਂ ਸਾਰੀ ਫੌਜ ਸੀ। ਫੌਜ ਹੁੰਦਿਆਂ ਸਤਿਗੁਰੂ ਜੀ ਨੇ ਕਿਤੇ ਕੋਈ ਉਹ ਤਾਕਤ ਦਿਖਾਈ ਨਹੀਂ ਹੈ। ਸਤਿਗੁਰੂ ਜੀ ਸ਼ਿਕਾਰ ਵੀ ਖੇਡਦੇ ਸਨ। ਸ਼ਿਕਾਰ ਖੇਡਦਿਆਂ ਕੋਈ ਜਾਨਵਰ ਨਹੀਂ ਮਾਰਿਆ, ਸਗੋਂ ਜੇ ਜਾਨਵਰ ਕੋਈ ਕਾਬੂ ਕਰ ਲੈਂਦੇ ਉਹਨੂੰ ਲਿਆ ਕੇ ਜ਼ਖਮੀ ਨੂੰ ਉੱਥੇ ਸਾਂਭ ਸੰਭਾਲ ਕਰਨੀ। ਚਿੜੀਆ ਘਰ ਬਣਾਇਆ ਸੀ ਕੀਰਤ ਸਾਹਿਬ ਜੀ ਵਿੱਚ, ਬੜੇ ਸੋਹਣੇ ਬਾਗ ਬਗੀਚੇ ਲਗਾਏ ਹੋਏ ਸਨ। ਇਹ ਮਨੁੱਖਤਾ ਦੀ ਸੇਵਾ ਲਈ ਇੱਕ ਬੜਾ ਵੱਡਾ ਦਵਾਖਾਨਾ, ਜਿਹਨੂੰ ਆਪਾਂ ਹਸਪਤਾਲ ਕਹਿ ਸਕਦੇ ਹਾਂ। ਉਹਦਾ ਪੱਧਰ ਕਿੱਡਾ ਵੱਡਾ ਸੀ ਤੁਸੀਂ ਇੱਥੋਂ ਜਾਣ ਸਕਦੇ ਹੋ ਕਿ ਔਰੰਗਜ਼ੇਬ ਨੇ ਧੋਖੇ ਦੇ ਨਾਲ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ, ਖਾਣੇ 'ਚ ਦੇ ਕੇ। ਸ਼ਾਹਜਹਾਨ ਦੇ ਪੁੱਤਰ ਸਨ, ਬਿਮਾਰ ਹੋ ਗਿਆ। ਉਹਦਾ ਜੋ ਇਲਾਜ ਸੀ, ਜੋ ਡਾਕਟਰਾਂ ਨੇ ਉਸ ਵੇਲੇ ਦੇ ਵੈਦਾਂ ਹਕੀਮਾਂ ਨੇ ਕਿਹਾ, ਉਹਦੀ ਦਵਾਈ ਕਿਤੋਂ ਨਹੀਂ ਮਿਲੀ, ਉਹ ਮਿਲੀ ਗੁਰੂ ਹਾਰੇ ਸਾਹਿਬ ਜੀ ਦੇ ਦਵਾਖਾਨੇ 'ਚੋਂ। ਕਿੱਡਾ ਵਧੀਆ ਪ੍ਰਬੰਧ ਹੋਏਗਾ ਸਤਿਗੁਰੂ ਜੀ ਦਾ। ਇਹ ਗੱਲਾਂ ਦੱਸਦੀਆਂ ਨੇ ਕਿ ਗੁਰਮਤਿ ਦਾ ਮੁੱਖ ਮਕਸਦ ਮਨੁੱਖਤਾ ਦੀ ਸੇਵਾ ਹੈ, ਦੁਖੀਆਂ ਦੀ ਸੇਵਾ ਹੈ। ਗੁਰੂ ਹਾਰੇ ਸਾਹਿਬ ਜੀ ਨੇ ਗੁਰਬਾਣੀ ਦੀ ਸੰਭਾਲ ਦੇ ਲਈ, ਪ੍ਰਚਾਰ ਦੇ ਲਈ, ਮਨੁੱਖਤਾ ਦੀ ਸੰਭਾਲ ਦੇ ਲਈ ਬਹੁਤ ਵੱਡੇ ਕਾਰਜ ਕੀਤੇ। ਤੇ ਸਤਿਗੁਰੂ ਜੀ ਨੇ ਜਦੋਂ ਦੇਖਿਆ ਕਿ 5 ਭੂਤਕ ਸਰੀਰ ਨੂੰ ਛੱਡਣ ਦਾ ਟਾਈਮ ਹੈ, ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਉਮਰ 5 ਕੁ ਸਾਲ ਤੇ ਕੁਝ ਮਹੀਨੇ ਸੀ, ਅੱਜ ਦੇ ਦਿਨ ਉਹਨਾਂ ਨੂੰ ਗੁਰਤਾ ਗੱਦੀ ਦਾਤ ਦਿੱਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋ ਸਮਾਂ ਸੀ ਗੁਰਿਆਈ ਦਾ, ਉਹ ਬਹੁਤ ਚੁਣੌਤੀਆਂ ਭਰਿਆ ਸਮਾਂ ਸੀ, ਸਭ ਤੋਂ ਜ਼ਿਆਦਾ ਚੁਣੌਤੀਆਂ ਭਰਿਆ ਸਮਾਂ। ਇੱਕ ਬੰਨੇ ਔਰੰਗਜ਼ੇਬ ਵਰਗਾ ਕੱਟੜ ਵਿਅਕਤੀ ਹੈ, ਹਿੰਦੁਸਤਾਨ ਦੇ ਤਖਤ ਤੇ ਬੈਠਾ ਹੋਇਆ। ਇੱਕ ਬੰਨੇ ਬਾਬਾ ਰਾਮ ਰਾਏ ਜੀ ਵਰਗੇ ਘਰ ਦੇ ਹੀ ਵਿਰੋਧੀ ਨੇ। ਇੱਕ ਬੰਨੇ ਉਹ ਸ਼੍ਰੇਣੀ ਜਿਹੜੀ ਚਿਰਾਂ ਤੋਂ ਦੱਬੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਮੁਲਕ ਦੀ ਬਰਬਾਦੀ ਤੇ ਗੁਲਾਮੀ ਦਾ ਜੋ ਕਾਰਨ ਲੱਭਿਆ, ਉਹ 3 ਤਰ੍ਹਾਂ ਦੇ ਲੋਕ ਸਨ। ਪਹਿਲੀ ਗੱਲ, ਇੱਥੋਂ ਦੀ ਉਹ ਸ਼੍ਰੇਣੀ ਜਿਹੜੀ ਧਾਰਮਿਕ ਹਕਵਾਉਂਦੀ ਹੈ, ਮਨੁੱਖਤਾ ਨੂੰ ਜਾਤ ਪਾਤ ਦੇ ਨਾਂ ਤੇ ਵੰਡਦੀ ਹੈ, ਕਰਮ ਕਾਂਡਾਂ 'ਚ ਪਾਈ ਰੱਖਦੀ ਹੈ, ਬ੍ਰਾਹਮਣ ਵਰਗ ਜਿਹੜਾ ਸੀ। ਦੂਸਰੀ ਗੱਲ, ਉਹ ਖੱਤਰੀ ਜਿਹੜੇ ਕਰਮਚਾਰੀ ਸਨ, ਜ਼ਿਆਦਾ ਹਕੂਮਤ ਦੇ ਖੱਤਰੀ ਘਰਾਣਿਆਂ ਨਾਲ ਸੰਬੰਧਿਤ ਲੋਕ, ਜਿਹੜੇ ਲੋਕਾਂ ਦੇ ਉੱਪਰ ਜ਼ੋਰ ਜ਼ੁਲਮ ਕਰਦੇ ਸਨ। ਜਦੋਂ ਇਤਿਹਾਸ ਪੜ੍ਹੋਗੇ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਹੈ। ਇਹ ਠੀਕ ਹੈ ਕਿ ਰਾਜ ਜਹਾਂਗੀਰ ਦੇ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਵਾਲਾ ਕੌਣ ਹੈ? ਚੰਦੂ ਦੀਵਾਨ ਖੱਤਰੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਉਹ ਵਜ਼ੀਰ ਖਾਨ ਦੀ ਅਦਾਲਤ ਹੈ। ਲੇਕਿਨ ਉਹਦੇ ਮਗਰ ਸਾਰੀ ਜਿਹੜੀ ਗੱਲ ਨੂੰ ਬਣਾਉਣ ਵਾਲਾ ਕੌਣ ਹੈ? ਗੰਗੂ ਹੈ, ਦੀਵਾਨ ਉਸ ਵੇਲੇ ਦਾ ਸੀ, ਜਿਹੜਾ ਇੱਕ ਚੰਦੂ ਸੀ ਉਸ ਵੇਲੇ ਦਾ ਦੀਵਾਨ, ਉਹ ਸੀ। ਇਹ ਸਾਰੇ ਹੀ ਸਨ। ਇਸ ਕਰਕੇ ਉਹ ਖੱਤਰੀ ਕਰਮਚਾਰੀ ਜਿਹੜੇ ਸਨ। ਤੀਜੇ ਜਿਹੜੇ ਮੁਸਲਮਾਨ ਵਰਗ ਸੀ, ਜਿਹੜਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ, ਸਤਿਗੁਰੂ ਜੀ ਨੇ ਇਹਨਾਂ ਦੀ ਇਸ ਗੁਲਾਮੀ ਦੇ ਜੂਲੇ ਨੂੰ ਕੱਟਣ ਲਈ ਸੰਘਰਸ਼ ਕੀਤਾ। ਤੇ ਉਹ ਵਰਗ ਬੜੇ ਚਿਰਾਂ ਤੋਂ ਦਬਿਆ ਬੈਠਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਤੇ ਬੈਠਣ ਨਾਲ ਉਹਨਾਂ ਲੋਕਾਂ ਨੂੰ ਚਾਅ ਚੜ੍ਹ ਗਿਆ। ਇੱਕ 5.25 ਸਾਲ ਦਾ ਬੱਚਾ ਇਹ ਕਿਵੇਂ ਏਡੀ ਵੱਡੀ ਕੌਮ ਨੂੰ ਸੰਭਾਲ ਲਏਗਾ? ਇਸ ਕਰਕੇ ਉਹਨਾਂ ਨੇ ਲੋਕਾਂ 'ਚ ਪ੍ਰਚਾਰਿਆ ਕਿ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਗੱਲ ਉਹ ਰਹੀ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਸੀ। ਬੱਚਾ ਕੀ ਅਗਵਾਈ ਕਰੇਗਾ ਕਿਸੇ ਦਾ? ਇਸ ਕਰਕੇ ਉਹਨਾਂ ਨੇ ਬੜੀਆਂ ਚੁਣੌਤੀਆਂ ਸਤਿਗੁਰੂ ਜੀ ਦੇ ਅੱਗੇ ਖੜੀਆਂ ਕੀਤੀਆਂ ਸਮੇਂ-ਸਮੇਂ ਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਭਾਵੇਂ ਉਹ ਰਾਜਨੀਤਿਕ ਚੁਣੌਤੀਆਂ ਸਨ, ਭਾਵੇਂ ਅਖੌਟੀ ਕਰਮਕਾਂਡੀ ਲੋਕਾਂ ਵੱਲੋਂ ਰਸਤੇ 'ਚ ਪਾਈਆਂ ਹੋਈਆਂ ਰੁਕਾਵਟਾਂ ਸਨ, ਹਰ ਕਿਸੇ ਨੂੰ ਬੜੀ ਦੂਰ ਦ੍ਰਿਸ਼ਟੀ ਦੇ ਨਾਲ ਪਾਰ ਕੀਤਾ ਔਰ ਉਹਨਾਂ ਦੀ ਤਸੱਲੀ ਵੀ ਕਰਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਸਭ ਤੋਂ ਵੱਡੀ ਇਹ ਗੱਲ, ਕਿਉਂਕਿ ਆਪਾਂ ਆਮ ਕਹਿੰਦੇ ਕਿ ਬੱਚੇ ਸਨ, ਲੇਕਿਨ ਸਰੀਰ ਕਰਕੇ ਤੇ ਗੁਰਮਤਿ ਦੀ ਗੱਲ ਹੈ ਹੀ ਕਿਤੇ ਨਹੀਂ। ਗੁਰੂ ਅਮਰਦਾਸ ਜੀ ਮਹਾਰਾਜ ਤਕਰੀਬਨ 95 ਸਾਲ ਦੀ ਉਮਰ ਤੱਕ ਸਿੱਖੀ ਦੀ ਅਗਵਾਈ ਕਰਦੇ ਰਹੇ ਔਰ 62 ਸਾਲ ਦੀ ਉਮਰ 'ਚ ਗੁਰੂ ਘਰ 'ਚ ਆਏ ਸਨ। ਸੇਵਾ ਕਰਕੇ ਉਹਨਾਂ ਨੇ ਘਾਲਣਾ ਕੀਤੀ, ਬਖਸ਼ਿਸ਼ ਪ੍ਰਾਪਤ ਕੀਤੀ। ਇਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 5.25 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੀ ਸੇਵਾ ਸੰਭਾਲਦੇ ਨੇ। ਜੇ ਅਸੀਂ ਸ਼ਹਾਦਤਾਂ ਦਾ ਇਤਿਹਾਸ ਪੜ੍ਹਦੇ ਹਾਂ, ਛੋਟੀ ਤੋਂ ਛੋਟੀ ਉਮਰ 5 ਸਾਲ 7 ਸਾਲ ਦੇ ਸਾਹਿਬਜ਼ਾਦੇ ਨੇ ਜਿਹੜੇ ਆਪਣੇ ਸਿਰੜ ਤੇ ਸਿਦਕ ਨੂੰ ਨੀਹਾਂ ਵਿੱਚ ਖਲੋ ਕੇ ਨਿਭਾਉਂਦੇ ਨੇ। ਵੱਡੀ ਉਮਰ ਦਾ ਜਦੋਂ ਇਤਿਹਾਸ ਪੜ੍ਹਦੇ ਬਾਬਾ ਦੀਪ ਸਿੰਘ ਜੀ, ਹੋਰ ਅਨੇਕਾਂ ਸ਼ਹੀਦਾਂ ਦਾ, ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਵਡੇਰੀ ਉਮਰ ਦੇ ਵਿੱਚ ਵੀ ਉਹ ਮਰ ਕੇ ਮਾਰੇ। ਭਾਵ ਇਹ ਜੋ ਰੁਤਬਾ ਹੈ ਸ਼ਹਾਦਤ ਦਾ ਜਾਂ ਗੁਰਤਾ ਗੱਦੀ ਦਾ, ਇਹਦਾ ਸਰੀਰਕ ਉਮਰ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ, ਇਹ ਸੁਰਤ ਦੇ ਲੈਵਲ ਦੇ ਨਾਲ ਸੰਬੰਧ ਹੈ। ਇਸ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਿੰਨੇ ਕਾਰਜ ਨੇ ਉਹ ਗੁਰੂ ਜੋਤ ਵਾਲੇ ਸਨ। ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਨਹੀਂ ਮਿਲਣਾ ਤੇ ਨਹੀਂ ਮਿਲਣਾ, ਉਹਨੂੰ ਇਨਕਾਰ ਕਰ ਦਿੱਤਾ। ਇਸ ਤਰੀਕੇ ਨਾਲ ਸਤਿਗੁਰੂ ਜੀ ਦੀ ਸਭ ਤੋਂ ਵੱਡੀ ਜੋ ਵਡਿਆਈ ਇਹ ਸੀ, ਮਨੁੱਖਤਾ ਦੀ ਸੇਵਾ ਤੋਂ ਇਲਾਵਾ ਕੌਮ ਦੀ ਅਗਵਾਈ ਤੋਂ ਬਾਅਦ, ਉਹ ਸੀ ਕਿ ਆਪਣੇ ਤੋਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰੂ ਦੇ ਤੌਰ ਤੇ ਚੁਣਨਾ ਇੱਕ ਬੜੀ ਵੱਡੀ ਸਤਿਗੁਰੂ ਜੀ ਦੀ ਦਾਤ ਸੀ। ਉਸ ਮਹਾਨ ਸਤਿਗੁਰੂ ਜੀ ਦਾ ਅੱਜ ਗੁਰਤਾ ਗੱਦੀ ਬਿਰਾਜਮਾਨ ਹੋਣ ਦਾ ਪਾਵਨ ਸੁਭਾਗਾ ਦਿਹਾੜਾ ਹੈ ਜੀ। ਆਪ ਸੰਗਤਾਂ ਨੂੰ ਵਧਾਈਆਂ ਵੀ ਹੋਣ। ਜੇ ਸਤਿਗੁਰੂ ਜੀ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ, ਗੁਰਬਾਣੀ ਪੜ੍ਹੋ, ਸ਼ਬਦ ਹੀ ਸਾਡਾ ਗੁਰੂ ਹੈ, ਔਰ ਸਤਿਗੁਰੂ ਜੀ ਨੇ ਸ਼ਬਦ ਦਾ ਹੀ ਪ੍ਰਚਾਰ ਕੀਤਾ ਹੈ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਹਰ ਰੋਜ਼ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਹੋ। ਇੱਕ ਵਾਰਤਾ ਚੱਲ ਰਹੀ ਸੀ ਕਿ ਗੋਇੰਦਵਾਲ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਵਸਾਇਆ। ਗੋਇੰਦਾ ਖੱਤਰੀ ਸੀ, ਉਹਦੇ ਕਹਿਣ ਤੇ ਸਤਿਗੁਰੂ ਜੀ ਨੇ ਇੱਥੇ ਨਗਰ ਦੀ ਨੀਂਹ ਰੱਖੀ, ਨਗਰ ਵਸਾਇਆ, ਰੌਣਕਾਂ ਲੱਗ ਗਈਆਂ। ਗੋਇੰਦੇ ਤੋਂ ਬਾਅਦ ਉਹਦੇ ਪੁੱਤਰ ਸਨ, ਉਹ ਸੋਚਦੇ ਸਨ ਇਹ ਨਗਰ ਸਾਡਾ ਹੀ ਹੈ, ਹੱਕ ਸਾਡਾ ਹੀ ਹੈ। ਉਹਨਾਂ ਦੇ ਮਨ 'ਚ ਇੱਕ ਲਾਲਸਾ ਜਾਗੀ ਕਿ ਗੁਰੂ ਅਮਰਦਾਸ ਜੀ ਸਾਡੇ ਨਗਰ 'ਚ ਰਹਿੰਦੇ ਨੇ, ਇੰਨੀ ਦੁਨੀਆ ਹੁੰਦੀ, ਏਡੇ ਵੱਡੇ ਵੱਡੇ ਲੰਗਰ ਚੱਲਦੇ ਨੇ, ਇੰਨੀਆਂ ਭੇਟਾਵਾਂ ਹੁੰਦੀਆਂ ਨੇ, ਸਾਡੀ ਮਲਕੀਅਤ ਹੈ, ਕੋਈ ਸਾਡਾ ਵੀ ਹੱਕ ਹੈ, ਉਹ ਜੋ ਧਨ ਦੌਲਤ ਹੁੰਦਾ ਉਹ 'ਚੋਂ ਸਾਨੂੰ ਕੁਝ ਮਿਲੇ। ਇਸੇ ਲਾਲਚ ਦੇ ਅਧੀਨ ਗੁਰੂ ਘਰ 'ਚ ਆਏ। ਸਤਿਗੁਰੂ ਜੀ ਨੇ ਸਮਝਾਇਆ, ਇੱਥੇ ਤੇ ਲੰਗਰ ਵਰਤਦਾ, ਤੁਸੀਂ ਵੀ ਛਕ ਲਓ, ਆਏ ਗਏ ਦੀ ਸੇਵਾ ਲਈ ਗੁਰੂ ਘਰ ਹੈ, ਇੱਥੇ ਕੋਈ ਮਾਇਆ ਇਕੱਠੀ ਕਰਨ ਲਈ ਨਹੀਂ ਹੈ। ਔਰ ਉਹਨਾਂ ਲੋਕਾਂ ਨੇ ਸਤਿਗੁਰੂ ਜੀ ਨੂੰ ਧਮਕਾਉਣ ਦਾ ਯਤਨ ਕੀਤਾ ਸੀ, ਦਿੱਲੀ ਜਾਵਾਂਗੇ, ਫਰਿਆਦ ਕਰਾਂਗੇ। ਸਤਿਗੁਰੂ ਜੀ ਕਹਿੰਦੇ ਚਲੇ ਜਾਓ। ਇਹ ਦਿੱਲੀ ਜਾਂਦੇ ਨੇ, ਜਿਵੇਂ ਫਰਿਆਦ ਕਰਦੇ ਨੇ, ਜੋ ਇਹਨਾਂ ਦੀ ਦੁਰਦਸ਼ਾ ਹੁੰਦੀ ਹੈ। ਇਹ ਵਾਰਤਾ ਆਪਾਂ ਨੇ ਸਰਵਣ ਕਰਨੀ ਹੈ। ਉਹਨਾਂ ਸਮਿਆਂ ਜਦੋਂ ਕੋਈ ਬਾਦਸ਼ਾਹ ਕੋਲ ਫਰਿਆਦੀ ਹੁੰਦਾ ਸੀ ਨਾ, ਉਹ ਮੈਲੇ ਜਿਹੇ ਕੱਪੜੇ ਪਾ ਲੈਣੇ, ਦਰਸਾਉਣ ਲਈ ਕਿ ਮੈਂ ਬੜਾ ਦੁਖੀ ਹਾਂ। ਇਹੋ ਜਿਹੀ ਹਾਲਤ 'ਚ ਇਹ ਜਾਂਦੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਉਸ ਵੇਲੇ ਗੁਰੂ ਕੀ ਹਜ਼ੂਰੀ ਸਨ, ਸੇਵਾ ਕਰਦੇ ਸਨ। ਉਹਨਾਂ ਨੇ ਸਾਰਾ ਵਾਰਤਾਲਾਪ ਦੇਖਿਆ, ਉਹਨਾਂ ਨੇ ਇਹਨੂੰ ਗੁਰਬਾਣੀ 'ਚ ਅੰਕਿਤ ਕਰਤਾ। ਇਸ ਘਟਨਾ ਨੂੰ, ਇਤਿਹਾਸਕ ਘਟਨਾ ਨੂੰ ਗੁਰਬਾਣੀ 'ਚ ਅੰਕਿਤ ਕਰ ਦਿੱਤਾ। ਉਹ ਪਵਿੱਤਰ ਸ਼ਲੋਕ ਗੌੜੀ ਰਾਗ ਦੀ ਵਾਰ ਵਿੱਚ ਸਤਿਗੁਰੂ ਜੀ ਨੇ ਜੋ ਅੰਕਿਤ ਕੀਤਾ, ਉਹਦੀ ਵਿਚਾਰ ਵੀ ਆਪਾਂ ਨੇ ਸਰਵਣ ਕਰਨੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ। ਗੁਰੂ ਕੀ ਗਾਥਾ ਸਰਵਣ ਕਰਨ ਦੇ ਲਈ ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਚਵਗਤੇ ਆਗੇ ਫਰਿਆਦ ਮੂਰ ਕਰਦ ਬਏ ਬਹੁ ਬਾਦ। ਚਵਗਤਾ ਦਿੱਲੀ ਦੇ ਬਾਦਸ਼ਾਹ ਨੂੰ ਕਿਹਾ ਜਾਂਦਾ ਸੀ, ਕਈ ਨਾਂ ਹੋਰ ਰੱਖੇ ਹੋਏ ਸਨ ਉਹਨਾਂ ਦੇ। ਸੋ ਸਤਿਗੁਰੂ ਜੀ, ਭਾਈ ਸਾਹਿਬ ਜੀ ਕਹਿੰਦੇ ਕਿ ਇਹਨਾਂ ਨੇ ਦਿੱਲੀ ਦੇ ਬਾਦਸ਼ਾਹ ਅੱਗੇ ਜਾ ਕੇ ਫਰਿਆਦ ਕਰਨ ਦਾ ਜਦੋਂ ਯਤਨ ਕੀਤਾ, ਇਹਨਾਂ ਦੀ ਕੋਈ ਉੱਥੇ ਵਾਹ ਪੇਸ਼ ਨਾ ਗਈ। ਉਹਦਾ ਕਾਰਨ ਇਹ ਸੀ, ਏਕ ਪਠਾਨ ਗੁਰੂ ਕਾ ਦਾਸ ਸਭਾ ਮਧ ਚਵਗਤੇ ਪਾਸ। ਇੱਥੇ ਲੋਕਾਂ ਨੇ ਕੁਝ ਚੁੱਕਿਆ ਜਾਂ ਕਿਸੇ ਨੂੰ ਕੋਈ ਪੈਸੇ ਪੂਸੇ ਦੇ ਕੇ ਉੱਥੇ ਜਾ ਪਹੁੰਚੇ ਹੋਣਗੇ, ਕਿਉਂਕਿ ਇਹੀ ਹੁੰਦਾ ਹੈ ਸ਼ਾਹੀ ਲੋਕਾਂ ਦੇ ਕੋਲ, ਵਜ਼ੀਰਾਂ ਅਮੀਰਾਂ ਕੋਲ ਪਹੁੰਚਣ ਦਾ ਤਰੀਕਾ ਵਿੱਚ ਦਲਾਲ ਪਾ ਲੈਂਦੇ। ਅੱਜ ਕੱਲ੍ਹ ਵੀ ਪਾਉਂਦੇ ਨੇ ਲੋਕ, ਇਹਨਾਂ ਵੀ ਪਾ ਲਏ, ਕੋਈ ਪੈਸੇ ਪੂਸੇ ਦੇ ਕੇ ਉੱਥੇ ਪਹੁੰਚ ਬਣਾ ਲਈ। ਔਰ ਉੱਥੇ ਇੱਕ ਪਠਾਨ ਸੀ ਜਿਹੜਾ ਗੁਰੂ ਘਰ ਦੀ ਵਡਿਆਈ ਨੂੰ ਜਾਣਦਾ ਸੀ, ਉਸ ਨੇ ਇਹਨਾਂ ਨੂੰ ਮੋੜ ਦਿੱਤਾ ਵਾਪਸ। ਸਰਬ ਭੇਦ ਪ੍ਰਗਟਾਵਤ ਭਇਓ ਦੁਸ਼ਟਨ ਕੋ ਝੂਠਾ ਤਿਨ ਕਿਓ। ਉਹਨੇ ਸਾਰੀ ਗੱਲਬਾਤ ਦੱਸ ਦਿੱਤੀ, ਗੋਇੰਦਵਾਲ ਦੀ ਵਾਰਤਾ ਦੱਸ ਦਿੱਤੀ। ਔਰ ਅਕਬਰ ਗੋਇੰਦਵਾਲ ਆਪ ਆਇਆ ਸੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਇੱਕ ਵੇਰਾ। ਅਗਲੀ ਗੱਲ ਕਿ ਹੋਰ ਵੀ ਵਜ਼ੀਰ ਅਮੀਰ ਅਕਸਰ ਗੋਇੰਦਵਾਲ ਆਉਂਦੇ ਰਹਿੰਦੇ ਸਨ। ਗੁਰੂ ਘਰ ਦੇ ਸ਼ਰਧਾਲੂ ਸਨ, ਬੜੇ ਮੁਸਲਮਾਨ। ਉਹਨੇ ਸਾਰੀ ਗੱਲ ਜਿਹੜੀ ਸੀ ਉਹ ਖੋਲ ਕੇ ਦੱਸੀ ਤੇ ਇਹਦੀ ਕੋਈ ਉੱਥੇ ਪੇਸ਼ ਨਾ ਗਈ। ਲਗੀ ਹੋਣ ਦਿਨ ਬਰਬੋ ਮਾਰ ਧੱਕੇ ਦੇ ਕਾਢੇ ਦਰਬਾਰ। ਜਦੋਂ ਦੇਖਿਆ ਕਿ ਇਹ ਜੋ ਫਰਿਆਦ ਕਰਨ ਆਇਆ ਹੈ ਬਿਲਕੁਲ ਝੂਠਾ ਹੈ,
ਇਹਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਬਹੁਤ ਦੁਖੀ ਸਭ ਸੋਜ ਗਵਾਈ, ਘਰ ਆਵਤ ਲੱਜਾ ਬਹੁ ਪਾਈ। ਇਹ ਜੋ ਆਪਣਾ ਕੋਈ ਸਾਜੋ ਸਮਾਨ ਵੀ ਲੈ ਗਏ ਸਨ, ਉਹ ਵੀ ਇਹਨਾਂ ਦਾ ਸਾਰਾ ਜਿਹੜਾ ਸੀ ਉੱਥੇ ਖਰਾਬ ਹੋ ਗਿਆ ਜਾਂ ਗਵਾਚ ਗਿਆ। ਬੜੇ ਬੇਸ਼ਰਮ ਜੇ ਹੋ ਕੇ ਇਹ ਵਾਪਸ ਘਰ ਨੂੰ ਆਏ ਹਨ। ਰੋਲ ਮਰ ਗਏ ਜੋ ਆਏ ਫੇਰ, ਦੁਖੀ ਪਏ ਜਮ ਮਾਰੇ ਘੇਰ। ਇਹ ਰੁਲਦੇ ਫਿਰਦੇ ਹੋਏ ਵਾਪਸ ਆਏ ਦੁਖੀ ਹੋ ਕੇ ਘਰ 'ਚ। ਇਹ ਬਿਰਤਾਂਤ ਸਭਨ ਸੁਨ ਪਾਇਓ, ਦੁਸ਼ਟਨ ਕੋ ਪ੍ਰਭ ਦਰੰਡ ਦਿਵਾਇਓ। ਇਸ ਗੱਲ ਦੀ ਚਰਚਾ ਸਾਰੇ ਥਾਂ ਤੇ ਹੋ ਗਈ ਕਿ ਇਹ ਨਿੰਦਕ ਸਨ ਗੁਰੂ ਘਰ ਦੇ, ਦੁਖੀ ਇਹ ਗਏ ਨੇ, ਪਰ ਇਹਨਾਂ ਨੂੰ ਉੱਥੋਂ ਖੱਜਲ ਖੁਆਰੀ ਹੀ ਪੱਲੇ ਪਈ ਹੈ। ਸ਼੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ, ਕਿਰਪਾ ਸਿੰਧ ਸਭ ਅੰਤਰ ਜਾਮੀ। ਕਿਰਪਾ ਦੇ ਸਮੁੰਦਰ ਦਿਲਾਂ ਦੀ ਜਾਣਨ ਵਾਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉਸ ਵੇਲੇ ਸੇਵਕ ਰੂਪ ਵਿੱਚ ਸੇਵਾ ਕਰਦੇ ਸਨ ਗੋਇੰਦਵਾਲ ਵਿੱਚ। ਤਾਹੇ ਸਮੇਂ ਗੁਰ ਸੇਵ ਮਜਾਰਾ, ਤਤਪਰ ਰਹਿਤ ਹੁਤੇ ਦਰਬਾਰਾ। ਉਸ ਵੇਲੇ ਹਰ ਵੇਲੇ ਗੁਰੂ ਕੀ ਸੇਵਾ 'ਚ ਇਹ ਤਤਪਰ ਸਾਵਧਾਨ ਰਹਿੰਦੇ ਸਨ। ਗੌੜੀ ਰਾਗ ਵਾਰ ਕੇ ਅੰਤਰ, ਇਸ ਪ੍ਰਥਾ ਇਹ ਸ਼ਲੋਕ ਸੁਤੰਤਰ। ਸਤਿਗੁਰੂ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਜੋ ਗੌੜੀ ਰਾਗ ਦੀ ਵਾਰ ਵਿੱਚ ਅੰਕਿਤ ਹੈ। ਉਚਰਤ ਭਏ ਬਲੋਚਿਤ ਲਾਏ, ਜੋ ਗੁਰ ਕੀ ਮਹਿਮਾ ਪ੍ਰਗਟਾਏ। ਇਹ ਪਵਿੱਤਰ ਸ਼ਲੋਕ ਜਿਹੜਾ ਹੈ ਗੁਰੂ ਕੀ ਮਹਿਮਾ ਨੂੰ ਪ੍ਰਗਟ ਕਰਦਾ ਹੈ ਕਿ ਸਤਿਗੁਰੂ ਜੀ ਦੀ ਕਿੰਨੀ ਵੱਡੀ ਵਡਿਆਈ ਹੈ। ਸੁਨੋ ਸਿੱਖ ਚਿਤ ਕਰ ਸਵਧਾਨ, ਸ਼੍ਰੀ ਸਤਿਗੁਰ ਜੋ ਕੀਨ ਬਖਾਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਭਾਈ ਸਿੱਖੋ ਧਿਆਨ ਦੇ ਨਾਲ ਸੁਣੋ ਜੋ ਗੱਲ ਗੁਰੂ ਰਾਮਦਾਸ ਜੀ ਨੇ ਗੁਰੂ ਕੀ ਮਹਿਮਾ ਗਾਇਨ ਕਰਦੇ ਆ ਤੇ ਜਿਵੇਂ ਨਿੰਦਕਾਂ ਨੂੰ ਮੂੰਹ ਦੀ ਖਾਣੀ ਪਈ ਜੋ ਬਿਆਨ ਕੀਤਾ ਹੈ, ਸਰਵਣ ਕਰੋ ਜੀ। ਸ਼ਲੋਕ ਮਹੱਲਾ ਚੌਥਾ। ਚੌਥੇ ਸਤਿਗੁਰੂ ਜੀ ਦਾ ਇਹ ਪਵਿੱਤਰ ਸ਼ਲੋਕ ਹੈ। ਇਹ ਸ਼ਲੋਕ ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਬੈਠੇ ਉਦੋਂ ਉਚਾਰਨ ਕੀਤਾ, ਬਖਸ਼ਿਸ਼ ਕੀਤਾ ਹੈ। ਮਲ ਜੂਈ ਭਰਿਆ, ਨੀਲਾ ਕਾਲਾ ਖਿਧੋਲੜਾ, ਤਿੰਨ ਵੇ ਮੁਖੈ ਨੋ ਪਾਇਆ। ਖਿੰਦੋਲੜਾ, ਖੰਦੋਲੜੇ ਦਾ ਅਰਥ ਗੋਦੜੀ ਜੀ ਕਹਿ ਲਓ। ਉਦੋਂ ਇਹ ਰਿਵਾਜ ਸੀ ਜਿਹਨੇ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਨੀ ਨਾ, ਉਹ ਮੈਲੀ ਜੀ ਇੱਕ ਗੋਦੜੀ ਜੀ ਪਾ ਲੈਂਦਾ ਸੀ ਦੱਸਣ ਲਈ ਕਿ ਮੈਂ ਬੜਾ ਦੁਖੀ ਹਾਂ। ਮਲ ਜੂਈ ਭਰਿਆ, ਨੀਲਾ ਕਾਲਾ ਖੰਦੋਲੜਾ। ਸਤਿਗੁਰੂ ਜੀ ਕਹਿੰਦੇ ਕਿ ਉਹ ਨੀਲੇ ਕਾਲੇ ਜੇ ਰੰਗ ਦਾ ਜਿਹੜਾ ਇਹਨਾਂ ਨੇ ਖੰਦੋਲੜਾ ਜਿਹਾ ਪਾਇਆ, ਗਲ 'ਚ ਜੁੱਲੀ ਜੀ ਪਾਈ ਸੀ, ਮਲ ਮਹਿਣਾ ਮੈਲ ਨਾਲ, ਜੂਈ ਮਹਿਣਾ ਜੂਆਂ ਦੇ ਨਾਲ ਭਰਿਆ ਹੋਇਆ, ਭਾਵ ਉਹ ਮੈਲਾ ਜਿਹਾ ਜੂਆਂ ਦੇ ਨਾਲ ਭਰਿਆ ਹੋਇਆ ਨੀਲੇ ਕਾਲੇ ਰੰਗ ਦਾ ਬੇਮੁਖੇ ਨੂੰ ਗਲ ਪਾਇਆ। ਇਹਨਾਂ ਦੇ ਸਲਾਹਕਾਰ ਵੀ ਜਿਹੜੇ ਨੇ ਉਹ ਬੇਮੁਖ ਸਨ ਗੁਰੂ ਘਰ ਤੋਂ। ਉਹਨਾਂ ਨੇ ਸਲਾਹ ਦਿੱਤੀ ਕਿ ਇਹ ਗਲ 'ਚ ਪਾ ਕੇ ਜਾਓ, ਫਰਿਆਦ ਤੁਹਾਡੀ ਜਲਦੀ ਸੁਣੀ ਜਾਏਗੀ, ਬਾਦਸ਼ਾਹ ਤੱਕ ਤੁਹਾਡੀ ਪਹੁੰਚ ਹੋ ਜਾਏਗੀ ਜੀ ਇਸ ਤਰੀਕੇ ਨਾਲ ਜਾਓਗੇ। ਤਿੰਨ ਬੇਮੁਖੇ ਗਲ ਪਾਇਆ, ਉਸ ਬੇਮੁਖ ਦੇ ਗਲ 'ਚ ਪਾਤਾ ਇਹ ਮੈਲਾ ਜਿਹਾ ਖੰਦੋਲੜਾ ਜਿਹਾ। ਪਾਸ ਨ ਦੇਈ ਕੋਈ ਬਹਿਣ ਜਗਤ ਮੈਂ, ਗੂ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਪਾਸ ਨ ਦੇਈ ਕੋਈ ਬਹਿਣ ਜਗਤ ਮੈਂ। ਜਦੋਂ ਇਹ ਦਿੱਲੀ 'ਚ ਗਏ, ਇੱਕ ਤੇ ਇਹਨਾਂ ਦਾ ਮੈਲਾ ਕੁਚਾਲਿਆ ਜਿਹਾ ਵੇਖ ਦੇਖ ਕੇ, ਦੂਜਾ ਇਹ ਝੂਠੇ ਸਨ, ਕਿਸੇ ਨੇ ਇਹਨਾਂ ਨੂੰ ਮੱਥੇ ਨਾ ਲਗਾਇਆ। ਔਰ ਹੋਇਆ ਕਿ ਗੂੰ ਦੁਬਾਰਾ ਪੜਿਓ ਇਹਨੂੰ। ਪਾਸ ਨ ਦੇਈ ਕੋਈ ਬਹਿਣ ਜਗਤ ਮੈਂ, ਗੂ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਗੰਦਗੀ, ਗੂੰ ਨੂੰ ਗੰਦਗੀ ਕਹਿੰਦੇ ਆਪਾਂ, ਸਗੋਂ ਇਹਨਾਂ ਨੂੰ ਗੰਦਗੀ ਹੀ ਸਹਿਣੀ ਪਈ। ਇਵੇਂ ਕਹਿ ਲੋ ਕਿ ਇਹਨਾਂ ਨੂੰ ਧੱਕੇ ਮਿਲੇ, ਖੱਜਲ ਖੁਆਰ ਹੋਏ, ਗੰਦਗੀ ਵਿੱਚ ਰੁਲਦੇ ਖੁੱਲਦੇ ਇਹ ਵਾਪਸ ਆ ਗਏ। ਪਰਾਈ ਜੋ ਨਿੰਦਾ ਚੁਗਲੀ ਨੋ, ਵੇ ਮੁਖ ਕਰਕੇ ਭੇਜਿਆ। ਦੇਖੋ ਇਹ ਗੁਰੂ ਕੇ ਨਿੰਦਕ ਸਨ, ਹੋਰ ਨਿੰਦਕਾਂ ਨੇ ਵੀ ਇਹਨਾਂ ਨੂੰ ਚੁੱਕਿਆ। ਬੜੇ ਸਲਾਹਕਾਰ ਮਿਲ ਜਾਂਦੇ ਨੇ ਇਹੋ ਜਿਹੇ ਗਲਤ ਪਾਸੇ ਲਾਉਣ ਵਾਲੇ, ਅੱਜ ਵੀ ਬੜੇ ਹੁੰਦੇ ਨੇ ਗੁਰੂ ਘਰ ਦੇ ਵਿਰੁੱਧ ਜਿਨ੍ਹਾਂ ਨੇ ਚੁੱਕਿਆ ਇਹਨਾਂ ਨੂੰ। ਕਿਉਂਕਿ ਦੇਖੋ ਜੇ ਬਾਬਾ ਦਾਤੂ ਜੀ ਆਏ ਸਤਿਗੁਰੂ ਜੀ ਦੇ ਵਿਰੁੱਧ, ਉਹ ਇਕੱਲੇ ਨਹੀਂ ਆਏ, ਉਹਨਾਂ ਦੇ ਮਗਰ ਇੱਕ ਬੜੀ ਤਕੜੀ ਲੌਬੀ ਸੀ। ਜੇ ਬਾਬਾ ਪ੍ਰਿਥੀ ਚੰਦ ਗੁਰੂ ਘਰ ਦੀ ਵਿਰੋਧਤਾ ਕਰਦੇ, ਇਕੱਲੇ ਨਹੀਂ ਕਰਦੇ, ਉਹਦੇ ਮਗਰ ਇੱਕ ਬੜੀ ਤਕੜੀ ਸੋਚ ਸੀ। ਜੇ ਭਾਈ ਸੱਤਾ ਤੇ ਬਲਵੰਡ ਸਤਿਗੁਰੂ ਜੀ ਦੇ ਹੁਕਮ ਤੋਂ ਆਕੀ ਹੋ ਜਾਂਦੇ ਨੇ, ਉਹ ਇਕੱਲੇ ਨਹੀਂ ਹੈ, ਉਹਦੇ ਮਗਰ ਇੱਕ ਸੋਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਬੜੀ ਵਿਚਾਰੀ ਦੁਖੀ ਹੈ, ਅੱਜ ਵੀ ਦੁਖੀ ਹੈ, ਕਿ ਇਹ ਸੱਚ ਦੀ ਗੱਲ ਕਰਦੇ ਨੇ, ਇਹ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਦੇ ਨੇ, ਇਹ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਦੀ ਗੱਲ ਕਰਦੇ। ਅਸੀਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ, ਅਸੀਂ ਇਹਨਾਂ ਨੂੰ ਸ਼ੂਦਰ ਕਹਿਣਾ ਚਾਹੁੰਦੇ, ਅਸੀਂ ਇਹਨਾਂ ਨੂੰ ਨੀਵੇਂ ਕਰਨਾ ਚਾਹੁੰਦੇ, ਅਸੀਂ ਇਹਨਾਂ ਨੂੰ ਜਾਤਾਂ ਪਾਤਾਂ 'ਚ ਵੰਡਣਾ ਚਾਹੁੰਦੇ ਤੇ ਇਹ ਕੱਟਣਾ ਚਾਹੁੰਦੇ ਨੇ। ਉਹ ਸੋਚ ਸੀ ਇਹਦੇ ਮਗਰ ਵੀ ਕਿ ਗੁਰੂ ਅਮਰਦਾਸ ਜੀ ਇੱਥੇ ਬੈਠ ਕੇ ਕੋਈ ਪੰਗਤ ਸਾਰਿਆਂ ਨੂੰ ਰੋਟੀ ਪਾਣੀ ਖਵਾਈ ਜਾਂਦੇ ਨੇ। ਇੱਥੇ ਤੇ ਬ੍ਰਾਹਮਣ ਦਾ ਸਤਿਕਾਰ ਹੀ ਕੋਈ ਨਹੀਂ, ਉਹਨਾਂ ਨੂੰ ਬਰਾਬਰੀ ਸ਼ੂਦਰਾਂ ਤੇ ਬੈਠਣਾ ਪੈਂਦਾ, ਬਰਾਬਰੀ ਕਰ ਦਿੱਤਾ।
ਉਹ ਸੋਚ ਨੇ ਇਹਨਾਂ ਨੂੰ ਚੁੱਕਿਆ, ਨਿੰਦਕਾਂ ਨੇ ਚੁੱਕਿਆ, ਨਿੰਦਕਾਂ ਦੇ ਚੁੱਕੇ ਚਕਾਏ ਜਿਹੜੇ ਸਨ ਇਹ ਚਲੇ ਗਏ ਦਿੱਲੀ, ਧੱਕੇ ਧੋੜੇ ਖਾਂਦੇ ਹੋਏ ਵਾਪਸ ਆ ਗਏ। ਕਿਸੇ ਨੇ ਮੂੰਹ ਨਾ ਲਗਾਇਆ ਇਹਨਾਂ ਨੂੰ। ਉਥੇ ਵੀ ਮੂੰਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ। ਉੱਥੇ ਵੀ ਇਹਨਾਂ ਦਾ ਵੀ ਮੂੰਹ ਕਾਲਾ ਹੋਇਆ, ਤੇ ਜਿਹੜੇ ਇਹਨਾਂ ਨੂੰ ਚੁੱਕਣ ਵਾਲੇ ਬੇਮੁਖ ਸਨ ਉਹਨਾਂ ਦਾ ਵੀ ਤੇ ਮੂੰਹ ਕੁਦਰਤੀ ਕਾਲਾ ਹੋ ਹੀ ਗਿਆ। ਉਹਨਾਂ ਦੀ ਗੱਲ ਸੁਣੀ ਨਾ ਗਈ ਕਿਤੇ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਤੜ ਦਾ ਅਰਥ ਹੁੰਦਾ ਜਿਹਨੂੰ ਕਹਿੰਦੇ ਤੜਕ ਕਰਕੇ, ਬੜੀ ਜਲਦੀ, ਤਤਕਾਲ ਲੋਕਾਂ ਦੇ ਵਿੱਚ ਗੱਲ ਪਸਰ ਗਈ। ਕਿਹਾ ਗੋਇੰਦਵਾਲ ਦੇ ਗੋਇੰਦੇ ਦੇ ਪੁੱਤਰ ਗਏ ਸਨ ਦਿੱਲੀ ਸਤਿਗੁਰੂ ਜੀ ਦੇ ਵਿਰੁੱਧ ਫਰਿਆਦ ਕਰਨ ਦੇ ਲਈ, ਪਰ ਬੜਾ ਉਹਨਾਂ ਨੂੰ ਬੇਸ਼ਰਮ ਕਰਕੇ ਉੱਥੋਂ ਕੱਢਿਆ, ਬੜਾ ਧੱਕੇ ਧੋੜੇ ਮਾਰ ਕੇ ਉੱਥੋਂ ਕੱਢ ਦਿੱਤਾ ਹੈ, ਬੜੇ ਖੱਜਲ ਖੁਆਰ ਹੋਏ ਨੇ। ਝੱਟ ਇਹ ਗੱਲ ਪਸਰ ਗਈ ਦੁਨੀਆ ਦੇ ਵਿੱਚ। ਵੇ ਮੁਖ ਸਣੇ ਨਫਰੇ ਪੌਲੀ ਪੌਦੀ ਭਾਵਾ ਹੋਏ ਕੇ ਉੱਠ ਕਰ ਆਇਆ। ਉਹ ਗੋਂਦੇ ਦਾ ਪੁੱਤਰ ਜਿਹੜਾ ਆਪ ਬੇਮੁਖ ਸੀ, ਨਾਲ ਆਪਣੇ ਇੱਕ ਨੌਕਰ ਨੂੰ ਲੈ ਗਿਆ ਸੀ, ਉਹ ਧੱਕੇ ਧੋੜੇ ਖਾਂਦਾ ਹੋਇਆ ਕੱਖੋਂ ਹੌਲਾ ਹੋ ਕੇ ਵਾਪਸ ਪਰਤ ਆਇਆ। ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੇ। ਜਦੋਂ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਵੀ ਇਹ ਤੇ ਗੁਰੂ ਘਰ ਦੇ ਵਿਰੁੱਧ ਫਰਿਆਦੀ ਹੋ ਗਿਆ। ਦੇਖੋ ਇਹ ਗੁਰੂ ਘਰ ਵਿਰੋਧੀ ਹੋ ਸਕਦਾ ਹੈ, ਜ਼ਰੂਰੀ ਨੇ ਇਹਦੇ ਰਿਸ਼ਤੇਦਾਰ ਵਿਰੋਧੀ ਹੋਣ, ਬਹੁਤ ਸਾਰੇ ਦੇ ਰਿਸ਼ਤੇਦਾਰ ਗੁਰੂ ਘਰ ਦੇ ਸ਼ਰਧਾਲੂ ਵੀ ਹੋਣਗੇ। ਇਸ ਕਰਕੇ ਉਹਨਾਂ ਨੇ ਇਹਦੇ ਰਿਸ਼ਤੇਦਾਰਾਂ ਨੇ ਇਹਨੂੰ ਮੂੰਹ ਨਾ ਲਾਇਆ। ਇਹ ਤੇ ਭਈ ਗੁਰੂ ਘਰ ਨਿੰਦਕ ਹੈ, ਇਹ ਗੁਰੂ ਘਰ ਦਾ ਵਿਰੋਧੀ ਹੈ, ਉਹਨਾਂ ਨੇ ਨੇੜੇ ਨਾ ਲੱਗਣ ਦਿੱਤਾ ਇਸ ਨੂੰ। ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਸਿਰਫ ਇਹਦੇ ਘਰਦਿਆਂ ਨੇ, ਵਹੁਟੀ ਨੇ, ਭਾਈਆਂ ਭਤੀਜਿਆਂ ਨੇ ਇਹਨੂੰ ਘਰ ਵਾੜ ਲਿਆ ਕੇ। ਹਲਤ ਬਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ। ਦੇਖੋ ਇਹਦਾ ਹਾਲਤ ਵੀ ਵਿਗੜ ਗਿਆ ਤੇ ਪਲਤ ਵੀ ਵਿਗੜ ਗਿਆ। ਹੁਣ ਪਲਤ ਤੇ ਤਾਂ ਵਿਗੜਨਾ ਸੀ, ਪਲਤ ਦਾ ਅਰਥ ਹੁੰਦਾ ਹੈ ਪਰਲੋਕ, ਆਉਣ ਵਾਲੀ ਜ਼ਿੰਦਗੀ, ਤੇ ਤਾਂ ਸਵਰਨੀ ਸੇ ਜ਼ਿੰਦਗੀ 'ਚ ਕੋਈ ਵਧੀਆ ਕੰਮ ਕਰਦਾ। ਤੇ ਹਾਲਤ ਦਾ ਅਰਥ ਕਿ ਜਿਹੜੀ ਸਮਾਜ ਵਿੱਚ ਜਿਹੜੀ ਥੋੜੀ ਬਹੁਤੀ ਦੀ ਇੱਜ਼ਤ ਸੀ, ਪਹਿਲਾਂ ਮਾਣ ਸਤਿਕਾਰ ਸੀ, ਲੋਕਾਂ 'ਚ ਚੰਗਾ ਰੋਹ ਬਣਿਆ ਸੀ ਵੀ ਇਹ ਗੋਂਦੇ ਦੇ ਪੁੱਤਰ ਨੇ, ਗੋਇੰਦਵਾਲ ਦੇ ਇਹ ਮਾਲਕ ਨੇ, ਉਹ ਵੀ ਇਹਨਾਂ ਦਾ ਸਭ ਕੁਝ ਖਤਮ ਹੋ ਗਿਆ। ਲੋਕ ਪਰਲੋਕ ਹੀ ਇਹਨਾਂ ਦੇ ਵਿਗੜ ਗਿਆ ਉਸ ਵੇਲੇ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਉਹ ਵਾਹਿਗੁਰੂ ਜੀ ਜਿਹੜਾ ਜਗਤ ਨੂੰ ਕਰਨ ਵਾਲਾ ਹੈ, ਕਰਤਾ ਪੁਰਖ ਦਾ, ਜਿਹੜਾ ਜਗਤ ਨੂੰ ਬਣਾ ਕੇ ਦੇ ਵਿੱਚ ਰਮਿਆ ਹੋਇਆ, ਵਿਆਪਕ ਹੈ, ਉਹ ਭਾਈ ਧੰਨ ਹੈ, ਮਹਾਨ ਹੈ, ਸਲਾਹੁਣਯੋਗ ਹੈ। ਜਿਨ ਨਿਆਉ ਸੱਚ ਬੈ ਆਪ ਕਰਾਇਆ। ਜਿਨੇ ਆਪ ਸੱਚ ਦਾ ਨਿਆਂ ਕੀਤਾ। ਪਰਮਾਤਮਾ ਦੇ ਦਰ ਤੇ ਹਮੇਸ਼ਾ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਪਰਮਾਤਮਾ ਦੇ ਦਰ ਤੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਬਣਾਈ ਹੈ ਨਾ, ਇਹਦੇ 'ਚ ਮਨੁੱਖ ਨੂੰ ਸੁਤੰਤਰਤਾ ਦਿੱਤੀ ਹੈ। ਮਨੁੱਖ ਨੂੰ ਅੱਖਾਂ ਦਿੱਤੀਆਂ ਨੇ, ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਦਿਮਾਗ ਦਿੱਤਾ ਹੈ, ਸਭ ਕੁਝ ਦਿੱਤਾ ਹੈ, ਫਿਰ ਸੁਤੰਤਰਤਾ ਦੇ ਦਿੱਤੀ ਹੈ। ਅੱਖਾਂ ਤੇਰੀਆਂ, ਤੂੰ ਕੀ ਦੇਖਣਾ, ਤੇਰੀ ਮਰਜ਼ੀ ਹੈ। ਪਰਮਾਤਮਾ ਨੇ ਕੋਈ ਬੰਦਸ਼ ਨਹੀਂ ਲਾਈ ਕਿ ਤੂੰ ਮਾੜਾ ਨਹੀਂ ਦੇਖਣਾ, ਇਹ ਤੇਰੀ ਮਰਜ਼ੀ ਹੈ। ਕੰਨ ਤੇਰੇ ਨੇ, ਪੈਰ ਤੇਰੇ ਨੇ, ਹੱਥ ਤੇਰੇ ਨੇ। ਲੇਕਿਨ ਪਰਮਾਤਮਾ ਨੇ ਇੱਕ ਕਾਨੂੰਨ ਬਣਾਇਆ ਹੈ ਕਿ ਆਖਰ ਜੋ ਸੱਚ ਦਾ ਮਾਰਗ ਹੈ ਨਾ, ਵਡਿਆਈ ਉਹਦੀ ਹੋਣੀ ਹੈ। ਠੀਕ ਹੈ, ਕੋਈ ਜ਼ੋਰ ਜ਼ੁਲਮ ਦੇ ਨਾਲ ਬਹੁਤ ਧਨ ਇਕੱਠਾ ਕਰ ਲਏ, ਬੜੇ ਆਏ ਨੇ ਧਰਤੀ ਤੇ। ਜ਼ੋਰ ਜ਼ੁਲਮ ਦੇ ਨਾਲ ਲੋਕਾਂ ਨੂੰ ਮਾਰ ਲਏ, ਕੁੱਟ ਲਏ, ਰਾਜ ਭਾਗ ਕਾਇਮ ਕਰ ਲਏ, ਬੜੇ ਆਏ ਨੇ ਧਰਤੀ ਤੇ। ਅੱਜ ਵੀ ਹੈਗੇ ਨੇ ਜਿਹੜੇ ਕਹਿੰਦੇ ਜੀ ਸਾਡੇ ਤੋਂ ਬਿਨਾਂ ਰਹਿਣਾ ਹੀ ਕੋਈ ਨਹੀਂ ਇੱਥੇ। ਲੇਕਿਨ ਕੁਦਰਤ ਦਾ ਇੱਕ ਨਿਯਮ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਓੜਕ ਸੱਚ ਦੀ ਹੀ ਜਿੱਤ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਸਾਡਾ ਸੱਚ ਦੇ ਪ੍ਰਤੀ ਦ੍ਰਿੜਤਾ ਕਿੰਨੀ ਕੁ ਹੈ, ਵਿਸ਼ਵਾਸ ਕਿੰਨਾ ਕੁ ਹੈ। ਜੋ ਸੱਚ ਦੇ ਮਾਰਗ ਤੇ ਚੱਲ ਕੇ ਆਨੰਦ ਹੈ ਨਾ, ਉਹ ਕੂੜ ਦੇ ਮਾਰਗ ਤੇ ਨਹੀਂ ਹੈ। ਕੂੜ ਦੇ ਨਾਲ ਧਨ ਇਕੱਠਾ ਕਰ ਸਕਦੇ ਅਸੀਂ, ਕੂੜ ਦੇ ਨਾਲ ਵੱਡੇ ਵੱਡੇ ਰੁਤਬੇ ਲੈ ਸਕਦੇ ਹਾਂ, ਸ਼ੋਹਰਤ ਲੈ ਸਕਦੇ ਹਾਂ, ਦੁਨੀਆ ਦੇ ਵਿੱਚ ਝੂਠੀ ਵਡਿਆਈ ਲੈ ਸਕਦੇ, ਬਹੁਤ ਕੁਝ ਕਰ ਸਕਦੇ ਹਾਂ। ਪਰ ਕੂੜ ਦੇ ਨਾਲ ਅਸੀਂ ਮਨ ਦੀ ਸ਼ਾਂਤੀ ਨਹੀਂ ਲੈ ਸਕਦੇ, ਆਨੰਦ ਨਹੀਂ ਲੈ ਸਕਦੇ। ਆਨੰਦ ਜ਼ਿੰਦਗੀ 'ਚ ਸੱਚ ਦੇ ਮਾਰਗ ਤੇ। ਹਾਂ, ਇਹ ਗੱਲ ਵੱਖਰੀ ਹੈ ਕਿ ਦੁਨੀਆ ਨੂੰ ਲੱਗਦਾ ਸ਼ਾਇਦ ਇਹ ਔਖਾ ਮਾਰਗ ਹੈ, ਔਖਾ ਨਹੀਂ ਹੈ। ਸੌਖਾ ਮਾਰਗ ਤੇ ਉਹ ਜਿਹਦੇ 'ਚ ਆਨੰਦ ਆਏ। ਦੇਖੋ ਨਾ, ਇੱਕ ਆਮ ਕਹਾਵਤ ਹੈ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ, ਉਹ ਸੋਨੇ ਨੂੰ ਕੀ ਕਰਨਾ ਜਿਹੜਾ ਦੁੱਖਾਂ ਦਾ ਹੀ ਕਾਰਨ ਬਣੇ। ਉਹਦੇ ਨਾਲੋਂ ਜੇ ਧਰਤੀ ਤੇ ਲੇਟ ਕੇ ਵੀ, ਗੁਰਬਾਣੀ 'ਚ ਬੜੇ ਸੋਹਣੇ ਬਚਨ ਸਤਿਗੁਰੂ ਜੀ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਧਿਆਨ ਪ੍ਰਮਿੰਨਾ, ਮਿੱਤਰ ਨ ਇਠਤਾ ਰੂਪਹੀਨ ਕੇ ਸਾਕ ਨ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਨ ਪਿੰਨਾ। ਜੇ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਰੱਬੀ ਗੁਣਾਂ ਦੇ ਧਾਰਨੀ ਬਣ ਗਏ, ਮਨੁੱਖ ਦੇ ਸਗਲ ਸਿੱਟ ਦਾ ਰਾਜਾ ਹੈ। ਰਾਜਾ ਕਿਹਨੂੰ ਕਹਿੰਦੇ ਨੇ ਜਾਂ ਰਾਜ ਕਿਹਨੂੰ ਕਹਿੰਦੇ ਨੇ? ਰਾਜੇ ਦਾ ਅਰਥ ਨਹੀਂ ਕਿ ਮੇਰੇ ਅੱਗੇ 5-7 ਸਿਪਾਹੀ ਹੋਣ ਤੇ ਆਸੇ ਪਾਸੇ ਸਿਪਾਹੀ ਭੱਜੇ ਫਿਰਨ ਮੈਂ ਰਾਜਾ ਬਣ ਗਿਆ, ਉਹ ਤੇ ਕੈਦੀ ਬਣ ਗਿਆ। ਰਾਜੇ ਦਾ ਅਰਥ ਬੇਪਰਵਾਹ, ਬੇਫਿਕਰ,
ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਸਾਰੀ ਦੁਨੀਆ ਮਨੁੱਖ ਨੂੰ ਪਿਆਰ ਕਰੇ। ਰਾਜਾ ਤੇ ਉਹ ਹੈ, ਤੇ ਜਿਹੜਾ ਲੋਕਾਂ ਤੋਂ ਡਰਦਾ ਅੰਦਰ ਹੀ ਵੜਿਆ ਰਹਿੰਦਾ ਉਹਨੂੰ ਰਾਜਾ ਕਹਿਣੋਗੇ ਤੁਸੀਂ? ਉਦੋਂ ਵੱਡਾ ਤੇ ਗੁਲਾਮ ਹੀ ਕੋਈ ਨਹੀਂ। ਸਾਡੇ ਆਲੇ ਦੁਆਲੇ ਬੜੇ ਗੁਲਾਮ ਤੁਰੇ ਫਿਰਦੇ ਨੇ, ਜਿਹਨੂੰ ਅਸੀਂ ਕਹਿੰਦੇ ਇਹ ਰਾਜ ਗੱਦੀਆਂ ਤੇ ਬੈਠੇ ਨੇ। ਉਹ ਤੇ ਵਿਚਾਰੇ ਕੈਦੀ ਨੇ। ਇੱਕ ਕੈਦੀ ਦੇ ਨਾਲ ਤੇ 2-4 ਸਿਪਾਹੀ ਹੁੰਦੇ ਨੇ। ਇਹਨਾਂ ਕੈਦੀਆਂ ਦੇ ਅੱਗੇ ਪਿੱਛੇ ਗੱਡੀਆਂ ਘੂੰ-ਘੂੰ ਕਰਦੀਆਂ ਫਿਰਦੀਆਂ ਨੇ, ਕੋਈ ਨੇੜੇ ਹੀ ਨਾ ਲੱਗ ਜੇ ਇਹਨਾਂ ਦੇ। ਇਸ ਕਰਕੇ ਰਾਜ ਦਾ ਅਰਥ ਕਿਸੇ ਤਖਤ ਤੇ ਬੈਠਣ ਤੋਂ ਨਹੀਂ ਹੈ। ਰਾਜ ਦਾ ਅਰਥ ਆਪਣੇ ਮਨ ਦੇ ਮਾਲਕ ਹੋਣ ਤੋਂ ਹੈ, ਜਿੱਥੇ ਪਹੁੰਚ ਕੇ ਕੋਈ ਆਸਾ, ਤ੍ਰਿਸ਼ਨਾ, ਬੁਰਾਈ, ਈਰਖਾ, ਵੈਰ, ਵਿਰੋਧ, ਕਾਮ, ਦੁੱਖ ਸੁੱਖ ਤੁਹਾਡੇ ਤੇ ਭਾਰੂ ਹੀ ਨਾ ਹੋ ਸਕੇ। ਇਹ ਹੈ ਰਾਜ ਜ਼ਿੰਦਗੀ ਦਾ ਮੰਨਣ ਲਈ ਬੰਦਾ ਆਇਆ। ਰੱਬ ਨੇ ਰਾਜਾ ਹੀ ਬਣਾ ਕੇ ਭੇਜਿਆ ਸੀ ਸਾਨੂੰ। ਅਸੀਂ ਦੇਖਦੇ ਨਾ, ਛੋਟਾ ਜਿਹਾ ਬੱਚਾ ਹੁੰਦਾ ਨਾ, ਛੋਟਾ ਜਿਹਾ ਬੱਚਾ ਸਾਡਾ, ਉਹ ਰਾਜਾ ਹੀ ਹੁੰਦਾ ਹੈ। ਹਰ ਚੀਜ਼ ਉਹਦੇ ਲਈ ਪਹਿਲਾਂ ਹੀ ਕਾਇਮ ਹੋ ਜਾਂਦੀ, ਉਹਦੇ ਮੰਗਣ ਤੋਂ ਪਹਿਲਾਂ ਸਭ ਕੁਝ ਜਿਹੜਾ ਨਾ ਉਹਦੇ ਲਈ ਹਾਜ਼ਰ ਹੋ ਜਾਂਦਾ। ਇਹ ਹੈ ਰਾਜਪੁਣਾ। ਬਿਨਾਂ ਮੰਗਣ ਤੋਂ ਉਹਨੇ ਕੋਈ ਗਾਰਡ ਲਾਈ ਹੁੰਦੀ ਹੈ, ਉਹਨੇ ਕੋਈ ਉੱਥੇ ਸਿਕਿਉਰਿਟੀ ਲਾਈ ਹੁੰਦੀ ਹੈ, ਜਾਂ ਉਹਨੇ ਕੋਈ ਆਰਡਰ ਕੀਤੇ ਹੁੰਦੇ ਨੇ ਕਿ ਮੇਰੇ ਲਈ ਇਹ ਕੋਈ ਚਾਹੀਦਾ। ਸੁਤੇ ਸਿੱਧਾ ਆਪਣੇ ਆਪ ਸਭ ਕੁਝ ਹਾਜ਼ਰ ਹੋ ਜਾਂਦਾ ਹੈ। ਬਸ ਇਹ ਜਿਹੜੀ ਅਵਸਥਾ ਹੈ ਨਾ ਬਚਪਨ ਵਾਲੀ, ਕਿ ਆਪਣੇ ਆਪ ਹੀ ਕੁਦਰਤੀ ਸਭ ਕੁਝ ਸੇਵਾ 'ਚ ਹਾਜ਼ਰ ਹੋ ਜਾਏ। ਸਾਡੀ ਚਿੰਤਾ ਦੂਜਿਆਂ ਨੂੰ ਹੋਵੇ, ਆਪਣੇ ਆਪ ਨੂੰ ਨਾ ਹੋਵੇ ਕਿ ਮੈਨੂੰ ਕੋਈ ਮਾਰ ਦੇਗਾ। ਆਪਣੇ ਆਪ ਨੂੰ ਹੋਵੇ ਕਿ ਮੈਂ ਰੋਟੀ ਖਾਣੀ ਹੈ। ਸਾਡੀ ਚਿੰਤਾ ਜਦੋਂ ਦੂਜੇ ਕਰਨ ਲੱਗ ਪੈਣ, ਸਮਝੋ ਤੁਸੀਂ ਰਾਜੇ ਬਣ ਗਏ। ਤੇ ਜੇ ਮੈਨੂੰ ਆਪਣੀ ਚਿੰਤਾ ਤੇ ਕੋਈ ਰਾਜ ਨਹੀਂ ਹੈ, ਜੇ ਮੈਨੂੰ ਆਪਣਾ ਡਰ ਹੈ ਤੇ ਕੋਈ ਰਾਜ ਨਹੀਂ ਹੈ। ਉਹ ਰਾਜਾ ਰਾਜ ਸੀ ਸਾਡੇ ਕੋਲ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਗੱਲ ਕਹੀ ਕਿ ਸਾਡੀ ਹਾਲਤ ਇਹ ਹੋਈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰ ਦੁਖ ਪਾਇਆ, ਸੋਗਤ ਪਈ ਹਮਾਰੀ। ਸੀ ਰਾਜੇ ਅਸੀਂ, ਸਾਨੂੰ ਵਾਹਿਗੁਰੂ ਜੀ ਨੇ ਧਰਤੀ ਦਾ ਰਾਜ ਦਿੱਤਾ ਹੈ, ਲੇਕਿਨ ਸਾਡੀ ਗਤ ਉਹੀ ਹੋਈ ਜਿਵੇਂ ਰਾਜਾ ਤਖਤ ਤੇ ਬੈਠਾ ਸੌਂ ਗਿਆ, ਸੁਪਨੇ 'ਚ ਭਿਖਾਰੀ ਬਣ ਗਿਆ। ਅਸੀਂ ਮੋਹ ਮਾਇਆ ਦੁਨਿਆਵੀ ਚਮਕ ਦਮਕ ਨੂੰ ਰਾਜ ਸਮਝ ਕੇ ਸੌਂ ਗਏ, ਭਿਖਾਰੀ ਬਣ ਗਏ। ਇਹਦੋਂ ਵੱਡਾ ਭਿਖਾਰੀਪਣ ਕੀ ਹੁੰਦਾ ਹੈ? ਲੋਕਾਂ ਦਾ ਖੂਨ ਪੀ ਪੀ ਕੇ ਕੋਈ ਰੱਜੇ ਹੀ ਨਾ ਬੰਦਾ, ਫਿਰ ਕੇ ਜੀ ਮੈਂ ਰਾਜਾ ਹਾਂ ਦੇਸ਼ ਦਾ। ਲੋਕਾਂ ਦੇ ਉੱਪਰ ਗੱਡੀਆਂ ਚੜ ਜਾਣ, ਲੋਕੀ ਜਿਹੜੇ ਨੇ ਉਹ ਦੁਖੀ ਹੋ ਜਾਣ, ਭੁੱਖਮਰੀ ਦੇ ਨਾਲ ਮਰ ਜਾਣ, ਕੋਈ ਕਹੇ ਜੀ ਮੈਂ ਰਾਜਾ। ਇੱਕ ਨੂੰ ਰਾਜ ਕਹਿੰਦੇ ਇਹਨਾਂ ਨੂੰ? ਇਹ ਤਾਂ ਕੋਈ ਰਾਜ ਨਹੀਂ ਹੈ। ਰਾਜ ਇਹ ਹੈ ਕਿ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰੋ। ਲੋਕਾਂ ਦੇ ਦਿਲਾਂ ਦਾ ਜਦੋਂ ਕੋਈ ਰਾਜਾ ਬਣ ਜਾਏਗਾ ਉਹਨੂੰ ਰਾਜਾ ਕਿਹਾ ਜਾਂਦਾ ਹੈ। ਜਿਹਨੂੰ ਲੋਕੀ ਮੂੰਹ ਤੇ ਨਫ਼ਰਤ ਕਰਨ, ਜੁੱਤੀਆਂ ਸੁੱਟਣ ਉਹਦੇ ਉਹਨੂੰ ਰਾਜਾ ਕਹੋਗੇ ਤੁਸੀਂ? ਬਹੁਤ ਨੇ ਆਜੇ ਆਲੇ ਦੁਆਲੇ ਜਿਨ੍ਹਾਂ ਨੂੰ ਇੱਕ ਭਰਮ ਹੈ ਕਿ ਅਸੀਂ ਰਾਜ ਗੱਦੀਆਂ ਤੇ ਬੈਠੇ ਹਾਂ। ਰਾਜ ਗੱਦੀਆਂ ਤੇ ਨਹੀਂ ਬੈਠੇ, ਉਹ ਤੇ ਕੈਦੀ ਬਣ ਚੁੱਕੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਆਖਰ ਸੱਚ ਦੀ ਜਿੱਤ ਹੁੰਦੀ। ਜ਼ਿੰਦਗੀ ਦਾ ਆਨੰਦ ਸੱਚ ਦੇ ਮਾਰਗ ਤੇ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, ਦੁਨੀਆ ਵੀ ਉਸਤਤ ਕਰਦੀ ਹੈ, ਜ਼ਿੰਦਗੀ ਦਾ ਵੀ ਆਨੰਦ ਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਨਿਆਂ ਪ੍ਰਮਾਤਮਾ ਨੇ ਕੀਤਾ ਤੇ ਇਹੀ ਨਿਆਂ ਹਮੇਸ਼ਾ ਹੋਣਾ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇਗੀ, ਸੋ ਸਾਚੈ ਮਾਰ ਪਚਾਇਆ। ਇਹ ਇੱਕ ਨਿਆਂ ਹੈ ਕਿ ਜਿਹੜਾ ਗੁਰੂ ਦੀ ਨਿੰਦਾ ਕਰੇਗਾ, ਜਿਹੜਾ ਸੱਚ ਦੀ ਨਿੰਦਾ ਕਰੇਗਾ, ਜਿਹੜਾ ਸਤਿਪੁਰਖਾਂ ਦੀ ਨਿੰਦਾ ਕਰੇਗਾ। ਨਿੰਦਾ ਦਾ ਅਰਥ ਇਹ ਨਹੀਂ ਕਿ ਬੋਲ ਕੇ ਹੀ ਕਰਨੀ ਹੈ, ਜ਼ਰੂਰੀ ਨਹੀਂ ਕਿ ਬੋਲ ਕੇ ਨਿੰਦਾ ਹੁੰਦੀ ਹੈ। ਕਈ ਵਾਰੀ ਮਨ 'ਚ ਵੈਰ ਰੱਖਣਾ ਇਹ ਵੀ ਨਿੰਦਾ ਹੀ ਹੈ। ਸੱਚ ਵਿਰੋਧੀ ਕੰਮ ਕਰਨੇ ਵੀ ਤੇ ਨਿੰਦਾ ਹੀ ਹੈ। ਜਿਹੜਾ ਪੂਰੇ ਸਤਿਗੁਰੂ ਦੀ ਜਾਂ ਐਵੇਂ ਕਹਿ ਲੋ ਕਿ ਰੱਬੀ ਪਿਆਰਿਆਂ ਦੀ ਨਿੰਦਾ ਕਰੇਗਾ, ਉਹਨੂੰ ਤੇ ਪ੍ਰਮਾਤਮਾ ਆਪ ਹੀ ਜਿਹੜਾ ਨਾ ਮਾਰ ਦਿੰਦਾ ਹੈ। ਮਾਰਨ ਦਾ ਅਰਥ ਇਹ ਨਹੀਂ ਕਿ ਉਹਦਾ ਸਰੀਰਕ ਜੀਵਨ ਖਤਮ ਹੋ ਗਿਆ, ਉਹਦੀ ਜ਼ਿੰਦਗੀ ਦੀ ਸ਼ਾਂਤੀ ਖਤਮ ਹੋ ਗਈ, ਉਹਦੀ ਜ਼ਿੰਦਗੀ ਚੋਂ ਮਨੁੱਖ ਪੁਣਾ ਖਤਮ ਹੋ ਗਿਆ, ਇਨਸਾਨੀਅਤ ਮੁੱਕ ਜਾਂਦੀ ਹੈ। ਇਹ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਿ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਪਰਮਾਤਮਾ ਦੀਆਂ ਕਹੀਆਂ ਹੋਈਆਂ ਨੇ। ਉਹਦਾ ਬਣਾਇਆ ਹੋਇਆ ਨਿਯਮ ਹੈ ਕਿ ਨਿੰਦਕ ਜਿਹੜਾ ਹਮੇਸ਼ਾ ਦੁਖੀ ਹੀ ਰਹਿੰਦਾ ਹੈ। ਰਹਿ ਗਿਓ ਬਾਲਕ ਏਕ ਬਸ਼ਾਰੀ, ਗੋਂਦੇ ਕੀਤੇ ਗੁਰੂ ਅਗਾਰੀ। ਇਹਦਾ ਗੋਂਦੇ ਦਾ ਇੱਕ ਪੁੱਤਰ ਰਹਿ ਗਿਆ, ਇੱਕ ਤਾਂ ਮਰ ਗਿਆ ਐਵੇਂ ਧੱਕੇ ਧੋੜੇ ਖਾਂਦਾ। ਉਹ ਜਿਹੜਾ ਰਹਿ ਗਿਆ ਉਹ ਸਤਿਗੁਰੂ ਜੀ ਦੇ ਕੋਲ ਹਾਜ਼ਰ ਹੋਇਆ। ਪਛਤਾਵਤ ਕਰ ਜੋਰ ਬਖਾਨੀ, ਇਹ ਸਭ ਮੰਦ ਨ ਮਹਿਮਾ ਜਾਨੀ। ਬੜਾ ਦੁਖੀ ਜਿਹਾ ਹੋ ਕੇ ਆਪਣੀਆਂ ਗਲਤੀਆਂ ਲਈ ਪਛਤਾਵਾ ਪ੍ਰਗਟ ਕਰਦਾ ਹੋਇਆ ਕਹਿਣ ਲੱਗਾ, ਮਹਾਰਾਜ ਇਸ ਮੰਦੀ ਮਤ ਵਾਲੇ ਨੇ ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ ਹੈ। ਤੁਮ ਪ੍ਰਤਾਪ ਇਹ ਸਭ ਹੋਏ, ਕਰੀ ਅਵਗਿਆ ਤੁਮ ਸਭ ਖੋਏ। ਮਹਾਰਾਜ ਜੀ ਜੋ ਕੁਝ ਹੋਇਆ ਹੈ ਨਾ, ਇਹਨਾਂ ਨੇ ਤੁਹਾਡੀ ਅਵਗਿਆ ਕੀਤੀ। ਦੇਖੋ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਸਾਹਿਬ ਜੀ ਨੇ ਤੇ ਵੈਰੀਆਂ ਦਾ ਵੀ ਭਲਾ ਕੀਤਾ, ਪਰ ਇੱਕ ਨਿਯਮ ਹੈ ਕੁਦਰਤ ਦਾ, ਉਹ ਸਾਨੂੰ ਚੇਤੇ ਰੱਖਣਾ ਚਾਹੀਦਾ। ਉਹ ਨਿਯਮ ਹੈ ਕਿ ਜੇ ਅੱਗ 'ਚ ਹੱਥ ਪਾਵਾਂਗੇ ਤੇ ਅਸੀਂ ਸੜਾਂਗੇ ਸੜਾਂਗੇ। ਜੇ ਅੱਗ 'ਚ ਹੱਥ ਪਾਵਾਂਗੇ, ਬਿਲਕੁਲ ਜ਼ਿੰਦਗੀ ਦੇ ਅੰਦਰ ਅਸੀਂ ਨਿੰਦਾ ਕਰਾਂਗੇ, ਸਾਨੂੰ ਦੁਖੀ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਜਿੰਨੇ ਮਰਜ਼ੀ ਕਿਤੇ ਮੱਥੇ ਟੇਕੀ ਚਲੀ ਜਾਈਏ, ਜਿੰਨੇ ਮਰਜ਼ੀ ਪਾਠ ਕਰੀ ਜਾਈਏ,
ਜ਼ਿੰਦਗੀ 'ਚ ਅਸੀਂ ਕਿਸੇ ਦਾ ਬੁਰਾ ਕਰਾਂਗੇ, ਬਾਹਰੋਂ ਮੈਂ ਭਾਵੇਂ ਚਿੱਟੇ ਕੱਪੜੇ ਪਾ ਕੇ ਕਿਉਂ ਨਾ ਬੈਠ ਜਾਵਾਂ, ਜਾਂ ਮੈਂ ਧਾਰਮਿਕ ਕਰਮ ਕਿਉਂ ਨਾ ਕਰੀ ਜਾਵਾਂ, ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਤੇ ਮੈਨੂੰ ਦੁਖੀ ਹੋਣ ਤੋਂ ਕੋਈ ਬਚਾ ਨਹੀਂ ਸਕੇਗਾ, ਕੋਈ ਧਰਮ ਨਹੀਂ ਬਚਾ ਸਕੇਗਾ, ਕੋਈ ਰੱਬ ਨਹੀਂ ਮੈਨੂੰ ਦੁਖੀ ਹੋਣ ਤੋਂ ਬਚਾ ਸਕੇਗਾ। ਜੇ ਮੈਂ ਕਿਸੇ ਦਾ ਬੁਰਾ ਕਰਾਂਗਾ, ਜੇ ਕਿਸੇ ਦੀ ਨਿੰਦਾ ਕਰਾਂਗਾ, ਜੇ ਕਿਸੇ ਦੇ ਪ੍ਰਥਾਏ ਮੈਂ ਬੁਰਾ ਸੋਚਾਂਗਾ ਤੇ ਮੈਨੂੰ ਦੁੱਖਾਂ ਤੋਂ ਕੋਈ ਬਚਾ ਨਹੀਂ ਸਕਦਾ। ਇਹ ਕੁਦਰਤ ਦਾ ਨਿਯਮ ਹੈ। ਤੇ ਗੁਰਬਾਣੀ ਨੇ ਸਮਝਾਏ ਸਾਨੂੰ, ਇਹ ਗੁਰਬਾਣੀ ਨੇ ਇਹ ਨਹੀਂ ਕਿਤੇ ਵੀ ਕਿ ਤੁਸੀਂ ਬਹੁਤ ਪਾਠ ਕਰੋ, ਕਿਤੇ ਨਹੀਂ ਕਿਹਾ। ਗੁਰਬਾਣੀ ਨੇ ਦੱਸੋ ਕਿ ਜੇ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਗੁਰਬਾਣੀ ਨੇ ਕੀ ਕਿਹਾ ਕਿ ਪਾਠ ਕਰੋ। ਪਾਠ ਕਰਦਾ ਇਹ ਗੱਲ ਸਮਝੋ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੁਹਾਨੂੰ ਦੁੱਖ ਕਦੀ ਨਹੀਂ ਲੱਗੇਗਾ, ਕਿਸੇ ਦਾ ਬੁਰਾ ਨਾ ਸੋਚੋ। ਗੁਰਬਾਣੀ ਨੇ ਇਹ ਕਿਹਾ, ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਨਹੀਂ ਖਾਣਾ, ਜੇ ਖਾਓਗੇ ਤੇ ਇਹ ਮੁਰਦੇ ਦੀ ਨਹੀਂ ਆਈ, ਮੁਰਦਾਰ ਖਾਣ ਦੀ ਨਹੀਂ ਆਈ ਹੈ। ਗੁਰਬਾਣੀ ਨੇ ਇਹ ਗੱਲ ਕੀ ਹੈ, ਨਿੰਦਾ ਭਲੀ ਕਿਸੇ ਕੀ ਨਹੀਂ। ਗੁਰਬਾਣੀ ਤੇ ਇਹ ਜੀਵਨ ਜਾਚ ਦੱਸਦੀ ਹੈ, ਪਾਠ ਕਰਨਾ, ਪਰ ਪਾਠ ਕਰਕੇ ਇਹ ਗੱਲਾਂ ਸਮਝਾਂਗੇ ਸਾਨੂੰ ਕੋਈ ਦੁਖੀ ਨਹੀਂ ਕਰ ਸਕੇਗਾ। ਪਰ ਜੇ ਪਾਠ ਕਰੀ ਗਏ ਗੱਲਾਂ ਨਾ ਸਮਝੀਆਂ ਤੇ ਸਾਨੂੰ ਕੋਈ ਸੁਖੀ ਨਹੀਂ ਕਰ ਸਕੇਗਾ। ਜੋ ਮਰਜੀ ਕਰ ਲਈਏ, ਸੁਖੀ ਹੋਣ ਦਾ ਤਰੀਕਾ ਸਤਿਗੁਰੂ ਜੀ ਨੇ ਦਿੱਤਾ ਕਿ ਇਸ ਮਾਰਗ ਤੇ ਚੱਲੋ, ਇਸ ਮਾਰਗ ਤੇ ਚੱਲੋਗੇ ਸੁਖੀ ਹੋ ਜਾਓਗੇ। ਇਹ ਕੁਦਰਤ ਦਾ ਇੱਕ ਨਿਯਮ ਹੈ ਭਾਈ। ਸਤਿਗੁਰੂ ਜੀ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਜਿਹੜਾ ਹੁਣ ਆਪ ਹੀ ਅੱਗ ਵੱਲ ਜਾ ਰਿਹਾ, ਉੱਥੇ ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਜੀ ਨੇ ਤੇ ਦੇਖੋ ਕਿੰਨਾ ਪਰਉਪਕਾਰ ਕੀਤਾ। ਗੋਇੰਦਵਾਲ ਦੇ ਵਿੱਚ ਹਰ ਵੇਲੇ ਸਤ ਸੰਗਤ ਦਾ ਪ੍ਰਵਾਹ ਚੱਲਦਾ ਹੈ, ਦੂਰੋਂ ਦੂਰੋਂ ਲੋਕੀ ਆ ਕੇ ਆਨੰਦ ਮਾਣਦੇ ਨੇ। ਹੁਣ ਇਹ ਕੋਲ ਰਹਿ ਕੇ ਵੀ ਜੇ ਸਤ ਸੰਗਤ ਵਿੱਚ ਨਹੀਂ ਆਏ, ਗੁਰੂ ਸਾਹਿਬ ਜੀ ਦੇ ਕੋਲ ਆ ਕੇ ਵੀ ਗੁਰੂ ਕੇ ਬਚਨਾਂ ਨੂੰ ਨਹੀਂ ਸਮਝੇ, ਹੁਣ ਇਹਦੇ ਤੇ ਸਤਿਗੁਰੂ ਜੀ ਦਾ ਕੋਈ ਕਸੂਰ ਨਹੀਂ ਨਾ। ਇਸ ਕਰਕੇ ਭਈ ਸਤਿਗੁਰੂ ਜੀ ਨਿਰਵੈਰ ਨੇ, ਪਰ ਇਹ ਲੋਕ ਆਪ ਆਪਣੇ ਕੀਤੇ ਕਰਮਾਂ ਕਰਕੇ ਦੁਖੀ ਹੋ ਗਏ। ਰਹਿਓ ਬਾਲੇ ਅਬੈ ਪਿਸ਼ਾਰੀ, ਰਾਖੋ ਕਿਰਪਾ ਕਰੋ ਸੁਖਕਾਰੀ। ਭਾਈਚਾਰੇ ਨੇ ਮਿਲ ਕੇ ਸਤਿਗੁਰੂ ਜੀ ਕੋਲ ਫਰਿਆਦ ਕੀਤੀ, ਮਹਾਰਾਜ ਇੱਕ ਬੱਚਾ ਰਹਿ ਗਿਆ, ਤੁਸੀਂ ਕਿਰਪਾ ਕਰਕੇ ਤੇ ਮੇਰ ਪਰੇ ਹੱਥ ਰੱਖੋ ਜੀ। ਤਿਨੋ ਕਰਿਓ ਜਸ ਤਸ ਫਲ ਪਾਇਓ, ਆ ਬਰਾਬਰ ਕੀ ਸ਼ਰਣੀ ਆਇਓ। ਉਹਨਾਂ ਨੇ ਜੋ ਕੀਤਾ ਉਹਦਾ ਫਲ ਪਾ ਲਿਆ, ਤੇ ਇਹ ਜਿਹੜਾ ਬੱਚਾ ਹੈ ਗੋਂਦੇ ਦਾ, ਇਹ ਤੁਹਾਡੀ ਚਰਨ ਸਰਣ ਵਿੱਚ ਆ ਗਿਆ ਹੈ ਜੀ। ਸੰਤ ਪ੍ਰਸੰਨ ਸਦਾ ਉਪਕਾਰੀ, ਕਰੈ ਬੁਰੇ ਕੋ ਭਲਾ ਵਿਚਾਰੀ। ਇਸ ਕਰਕੇ ਤੁਸੀਂ ਪਰਉਪਕਾਰੀ ਹੋ, ਭਲੇ ਬੁਰੇ ਦੀ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰਦੇ ਹੋ ਔਰ ਸਾਰਿਆਂ ਤੇ ਭਲਾ ਰਹਿਮਤ ਕਰਦੇ ਹੋ ਜੀ। ਸੁਨ ਪ੍ਰਭ ਨੇ ਕਰੁਣਾ ਕਰ ਰਾਖਿਓ, ਇਸ ਤੇ ਬੰਸ ਬ੍ਰਿਧੈ ਤਬ ਭਾਖਿਓ। ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕੀਤੀ, ਭਾਈ ਇਹਦੇ ਤੋਂ ਅੱਗੇ ਦੀ ਬੰਸ ਵਧੇਗੀ, ਚਿੰਤਾ ਨਾ ਕਰੋ ਤੁਸੀਂ। ਭਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ। ਉਹ ਗੋਂਦੇ ਦੀ ਧਰਮ ਪਤਨੀ ਸੀ ਨਾਲ ਆਈ, ਉਹ ਗੁਰੂ ਕੇ ਇਹ ਬਚਨ ਸੁਣ ਕੇ ਪ੍ਰਸੰਨ ਹੋ ਗਈ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਆਪਣੇ ਘਰ ਨੂੰ ਚੱਲ ਪਈ। ਇੱਕ ਪੰਡਤ ਬੇਨੀ ਹੁਤੋ, ਵਿਦਿਆ ਵਿਖੇ ਪਰਬੀਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਵਿੱਚ ਰਹਿ ਕੇ ਪਰਉਪਕਾਰ ਕਰ ਰਹੇ ਨੇ। ਜਿੱਥੇ ਗੋਇੰਦਵਾਲ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣ ਨਾ ਸਕੇ, ਉਹ ਲਗਾਤਾਰ ਗੁਰੂ ਸਾਹਿਬ ਜੀ ਦੀ ਵਿਰੋਧਤਾ ਵੀ ਕਰਦੇ ਰਹੇ, ਨਿੰਦਾ ਵੀ ਕਰਦੇ ਰਹੇ। ਉੱਥੇ ਦੂਰੋਂ ਦੂਰੋਂ ਆ ਕੇ ਕਿੰਨੇ ਜਗਿਆਸੂ ਜਿਹੜੇ ਸਨ, ਉਹ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਸਨ। ਵੱਖ-ਵੱਖ ਮਤਾਂ ਮਤਾਂਤਰਾਂ ਨਾਲ ਸੰਬੰਧਿਤ ਇੱਕ ਪੰਡਤ ਬੇਣੀ ਜੀ, ਇਹ ਦੂਰੋਂ ਚੱਲ ਕੇ ਆਏ, ਇਹ ਸ਼ਾਸਤਰਾਂ ਵੇਦਾਂ ਦੇ ਗਿਆਤਾ ਸਨ। ਜਿਵੇਂ ਇਹ ਗੁਰੂ ਕੀ ਰਹਿਮਤ ਦੇ ਪਾਤਰ ਬਣ ਗਏ, ਬਖਸ਼ਿਸ਼ ਦੇ ਪਾਤਰ ਬਣ ਗਏ। ਇਹ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀਓ। ਪਿਆਰ ਸਹਿਤ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।